Hello and welcome to Chetan Bharat Learning, and also welcome to Daily Polity MCQ Practice Series. In today's session, we are going to discuss the elections related question and also question related to the constitutional and extra constitutional authorities. क्योंकि दोनों ही चैप्टर इंपॉर्टेंट हैं और लेंदी भी, ਤਾਂ ਆਪਾਂ ਅੱਜ 20 questions practice ਕਰਾਂਗੇ instead of 10. Let's bring it on. The very first question related to current affair and the Election Commission of India. So question goes, the CEC and other election commissioners appointment, conditions of service and term of office act 2023 provides for the following provision regarding the appointment of election commissioners in India. So what is the current affair again? In 2023 there was a judgment of Supreme Court in Anup Barnwala versus Union of India, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਅਪਾਇੰਟਮੈਂਟ ਵਾਸਤੇ ਇੱਕ ਪੈਨਲ ਪ੍ਰਪੋਜ਼ ਕੀਤਾ ਕਿ ਇੱਕ ਪੈਨਲ ਹੋਊਗਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ, ਲੀਡਰ ਆਫ ਆਪੋਜੀਸ਼ਨ ਤੇ ਨਾਲ ਹੀ ਹੋਣਗੇ ਸੀਜੇਆਈ। ਇਹ ਤਿੰਨ ਮੈਂਬਰੀ ਪੈਨਲ ਨਾਮ ਸੁਜੈਸਟ ਕਰੂਗਾ ਪ੍ਰੈਜ਼ੀਡੈਂਟ ਨੂੰ, ਪ੍ਰੈਜ਼ੀਡੈਂਟ ਅਕੋਰਡਿੰਗਲੀ ਅਪਾਇੰਟਮੈਂਟ ਕਰਨਗੇ। ਇਸ ਤੋਂ ਪਹਿਲਾਂ ਕੀ ਸੀਗਾ? ਸੋ ਇਸ ਤੋਂ ਪਹਿਲਾਂ ਆਰਟੀਕਲ 324 ਹੇਠਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਅਪਾਇੰਟਮੈਂਟ ਦੀ ਪਾਵਰ ਦਿੱਤੀ ਸੀਗੀ ਪ੍ਰੈਜ਼ੀਡੈਂਟ ਸਾਹਿਬ ਨੂੰ। ਤਾਂ ਪ੍ਰੈਜ਼ੀਡੈਂਟ ਸਾਹਿਬ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਅਪਾਇੰਟਮੈਂਟ ਕਰਦੇ ਸੀਗੇ, ਤਾਂ ਸਰਕਾਰ ਦੇ ਕਹੇ ਤੇ ਇਹ ਅਪਾਇੰਟਮੈਂਟ ਹੋ ਰਹੀ ਸੀਗੀ। ਤਾਂ ਇੱਕ ਸਸਪੀਸ਼ਨ ਰੇਜ਼ ਹੋ ਰਿਹਾ ਸੀ ਲਗਾਤਾਰ ਕਿ ਸਰਕਾਰ ਆਪਣੀ ਗੁੱਡ ਬੁੱਕਸ ਵਾਲੇ ਲੋਕਾਂ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵਿੱਚ ਅਪਾਇੰਟ ਕਰਦੀ ਹੈ ਤਾਂ ਮੌਕਾ ਪੈਣ ਤੇ ਉਹਨਾਂ ਤੋਂ ਕੁਝ ਫਾਇਦਾ ਲਿੱਤਾ ਜਾ ਸਕੇ ਇਲੈਕਸ਼ਨ ਦੇ ਦੌਰਾਨ, ਜਾਂ ਇਲੈਕਸ਼ਨ ਦਾ ਸਾਰਾ ਜਿਹੜਾ ਸਿਸਟਮ ਉਹ ਸੈੱਟ ਕਰ ਰਹੇ ਨੇ। ਹਾਲਾਂਕਿ 324 ਆਰਟੀਕਲ ਦੇ ਵਿੱਚ ਪ੍ਰੋਵੀਜ਼ਨ ਇਹ ਸੀਗੀ ਕਿ ਪ੍ਰੈਜ਼ੀਡੈਂਟ ਦੀ ਇਹ ਪਾਵਰ ਹੈ ਸਬਜੈਕਟ ਟੂ ਪਾਰਲੀਮੈਂਟਰੀ ਲਾਅ, ਤਾਂ ਪਾਰਲੀਮੈਂਟ ਲਾਅ ਬਣਾ ਕੇ ਇਹਨੂੰ ਰੈਗੂਲੇਟ ਕਰ ਸਕਦੀ ਹੈ। ਬਟ ਇਸ ਐਕਟ ਤੋਂ ਪਹਿਲਾਂ ਪਾਰਲੀਮੈਂਟ ਨੇ ਕਦੇ ਇਸ ਤਰ੍ਹਾਂ ਦਾ ਐਕਟ ਨਹੀਂ ਬਣਾਇਆ। ਸੋ ਕੁੱਲ ਮਿਲਾ ਕੇ ਗੱਲ ਇਹ ਕਿ ਇਸ ਐਕਟ ਤੋਂ ਪਹਿਲਾਂ ਪ੍ਰੈਜ਼ੀਡੈਂਟ ਸਾਹਿਬ ਅਪਾਇੰਟਮੈਂਟ ਕਰ ਰਹੇ ਨੇ ਤਾਂ ਸੁਪਰੀਮ ਕੋਰਟ ਨੇ ਇੱਕ ਪੈਨਲ ਪ੍ਰਪੋਜ਼ ਕਰਤਾ। ਹੁਣ ਇਹ ਨਵਾਂ ਐਕਟ ਕੀ ਪ੍ਰੋਵਾਈਡ ਕਰਦਾ? ਸੋ ਲੈਟਸ ਗੋ। The act ensures that election commissioners, including the chief election commissioner, will be appointed by the president of India. Yes sir, ਅੱਜ ਵੀ appointment ਜਿਹੜੀ ਹੋਗੀ ਉਹ president ਦੀ authority ਹੇਠਾਂ ਹੀ ਹੋਗੀ। But select ਕਰਨ ਵਾਸਤੇ ਕੀ ਪੈਨਲ ਹੈ? So here it comes. The act mandates the selection committee consists of the prime minister, leader opposition, and the chief justice of India will recommend the appointment for CEC and other election commissioners. Now, this particular statement is wrong. ਯਾਦ ਰੱਖਣਾ ਪੀਐਮ, ਐਲਓਪੀ ਤੇ ਸੀਜੇਆਈ ਦਾ ਪੈਨਲ ਪ੍ਰਪੋਜ਼ ਕੀਤਾ ਸੀ ਸੁਪਰੀਮ ਕੋਰਟ ਨੇ, ਬਟ ਇਸੇ ਚੀਜ਼ ਨੂੰ ਬਾਈਪਾਸ ਕਰਦੇ ਹੋਇਆ ਇਹ ਪਾਰਟਿਕੂਲਰ ਐਕਟ ਪ੍ਰਪੋਜ਼ ਕਰਦਾ ਹੈ ਪੈਨਲ ਆਫ ਆਨਰੇਬਲ ਪ੍ਰਾਈਮ ਮਿਨਿਸਟਰ, ਲੀਡਰ ਆਫ ਆਪੋਜੀਸ਼ਨ ਇਨ ਲੋਕ ਸਭਾ ਐਂਡ ਅ ਯੂਨੀਅਨ ਮਿਨਿਸਟਰ। ਸੋ ਯੂਨੀਅਨ ਮਿਨਿਸਟਰ ਜਿਵੇਂ ਕਿ ਲਾਸਟ ਅਪਾਇੰਟਮੈਂਟ ਹੋਈ ਉਹਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਤੇ ਨਾਲ ਹੀ ਸ਼੍ਰੀ ਅਮਿਤ ਸ਼ਾਹ ਯੂਨੀਅਨ ਹੋਮ ਮਿਨਿਸਟਰ ਤੇ ਸ਼੍ਰੀ ਰਾਹੁਲ ਗਾਂਧੀ ਲੀਡਰ ਆਪੋਜੀਸ਼ਨ ਵਜੋਂ ਪਾਰਟਿਸਿਪੇਟ ਕੀਤਾ। ਸੋ ਹੁਣ ਮੁੜ ਵਾਪਸ ਪਾਵਰ ਐਗਜ਼ੀਕਿਊਟਿਵ ਕੋਲੇ ਪਹੁੰਚ ਚੁੱਕੀ ਹੈ। ਸੋ ਦਿਸ ਪਾਰਟਿਕੂਲਰ ਸਟੇਟਮੈਂਟ ਇਜ਼ ਰੋਂਗ। ਕੀ ਯਾਦ ਰੱਖਣਾ? ਜਿਹੜਾ ਸੁਪਰੀਮ ਕੋਰਟ ਨੇ ਸੁਜੈਸਟ ਕੀਤਾ ਸੀ ਪੈਨਲ 3 ਮੈਂਬਰੀ, ਉਹਦੇ ਸੀਜੀਆਈ ਨੂੰ ਹਟਾ ਕੇ ਇਹ ਐਕਟ ਯੂਨੀਅਨ ਮਿਨਿਸਟਰੀ ਦੀ ਐਂਟਰੀ ਕਰਾਉਂਦਾ ਹੈ। ਦੈਨ the act makes tenure of CEC and other election commissioner flexible, allowing their removal by the president at any time. And this statement is also incorrect. ਜੋ ਪਹਿਲਾਂ ਤੋਂ ਵੀ ਵਿਵਸਥਾ ਸੀਗੀ ਇੱਕ ਫਿਕਸ ਟੈਨਿਓਰ ਦੀ, ਉਹੀ ਹੁਣ ਵੀ ਕੰਟੀਨਿਊ ਕੀਤੀ ਗਈ ਹੈ। Lastly, the act ensures that election commissioners have a fixed term, 6 years or until the age of 65 years, whichever is earlier is required. So term fix ਹੈ, term ਨੂੰ flexible ਨਹੀਂ ਕੀਤਾ ਗਿਆ। ਕੋਈ pleasure of president doctrine ਇੱਥੇ invoke ਨਹੀਂ ਕੀਤੀ ਗਈ ਹੈ। So how many statements are correct here? Only 2 statements are correct. Most important question है, proper prepare कर लेना। Then which of the following details are to be mandatorily given by every candidate through a legal declaration who is contesting parliamentary elections? ਹੁਣ ਇਹ question based ਹੈ representation of people's act ਤੇ। ਅਕਸਰ ਦੇਖਿਆ ਗਿਆ ਹੈ ਕਿ ਨਾ ਸਿਰਫ constitutional provision, rather election related question representation of people's act ਜਾਂ ਕਿਸੇ और rule ਤੇ ਵੀ ਬਣਾਏ ਜਾਂਦੇ ਨੇ। ਸੋ ਜਦੋਂ ਵੀ ਕਿਸੇ ਨੇ ਆਪ ਦਾ ਨੋਮੀਨੇਸ਼ਨ ਪੇਪਰ ਫਾਈਲ ਕਰਨਾ, ਉਹਨੂੰ ਕੀ ਡਿਸਕਲੋਜ਼ਰ ਦੇਣਾ ਹੋਊਗਾ? ਸੋ all criminal and civil cases pending against him or her, very lucrative, let's check. Details of asset and liabilities
of his or her family, then educational qualification, and then details of his past political affiliation. ਸੋ ਇਹਦੇ ਵਿੱਚੋਂ ਦੇਖੋ ਕ੍ਰਿਮੀਨਲ ਇੰਟੀਸੀਡੈਂਟ ਦੀ ਜਾਣਕਾਰੀ ਹੁਣ ਦੇਣੀ ਮੈਂਡੇਟਰੀ ਹੈ। ਤਾਂ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਨਗੇ ਤਾਂ ਉਹਨਾਂ ਦੇ ਉੱਤੇ ਕਿੰਨੇ ਕ੍ਰਿਮੀਨਲ ਕੇਸ ਹੈ ਕੈਂਡੀਡੇਟ ਨੂੰ ਇਹ ਦੱਸਣਾ ਪੈਣਾ। ਤਾਂ ਹੀ ਸਾਡੇ ਕੋਲ ਇਹ ਡੇਟਾ ਹੈ ਕਿ ਅੱਜ ਦੀ ਲੋਕ ਸਭਾ ਦੇ ਵਿੱਚ 46% ਐਮਪੀਜ਼ ਦੇ ਖਿਲਾਫ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ। ਹੁਣ ਕਿਉਂਕਿ ਡੇਟਾ ਡਿਟੇਲ ਦੇ ਵਿੱਚ ਦੇਣਾ ਹੈ ਕਿਹੜਾ ਕਿਹੜਾ ਕੇਸ ਦਰਜ ਹੈ, ਤਾਂ ਸਾਡੇ ਕੋਲ ਇਹ ਵੀ ਡੇਟਾ ਹੈ ਕਿ 31% ਐਮਪੀ ਦੇ ਖਿਲਾਫ ਸੀਰੀਅਸ ਕ੍ਰਿਮੀਨਲ ਚਾਰजेस ਪੈਂਡਿੰਗ ਨੇ। ਬਟ ਇੱਥੇ ਸਿਵਲ ਕੇਸਿਸ ਦਾ ਬਿਊਰਾ ਨਹੀਂ ਦੇਣਾ ਹੁੰਦਾ। ਤਾਂ ਕੀ ਯਾਦ ਰੱਖਣਾ, ਕ੍ਰਿਮੀਨਲ ਕੇਸਿਸ ਡਿਸਕਲੋਜ਼ ਕਰਨੇ ਪੈਣੇ, ਸਿਵਲ ਨਹੀਂ। ਸੋ ਟੋਟੈਲਿਟੀ ਪਹਿਲੀ ਸਟੇਟਮੈਂਟ ਰੋਂਗ ਹੈ। ਦੂਜਾ, ਐਸੈਟ ਐਂਡ ਲਾਇਬਿਲਿਟੀ ਆਫ ਹਿਸ ਔਰ ਫੈਮਿਲੀ, ਐਗਜ਼ੈਕਟਲੀ ਤਾਂ ਹੀ ਸਾਨੂੰ ਇਲੈਕਸ਼ਨ ਦੌਰਾਨ ਪਤਾ ਲੱਗਦਾ ਸਭ ਤੋਂ ਅਮੀਰ ਕੈਂਡੀਡੇਟ ਕਿਹੜਾ, ਸਭ ਤੋਂ ਗਰੀਬ ਕਿਹੜਾ। ਤਾਂ ਐਸੈਟ ਐਂਡ ਲਾਇਬਿਲਿਟੀ ਦੱਸਣੇ ਪੈਣੇ। ਦੈਨ ਐਜੂਕੇਸ਼ਨਲ ਕੁਆਲੀਫਿਕੇਸ਼ਨ ਵੀ ਹੁਣ ਡਿਸਕਲੋਜ਼ ਕਰਨੀ ਪੈਣੀ ਹੈ। ਐਂਡ ਦੈਨ ਲਾਸਟਲੀ डिटेल ऑफ हिज पास्ट पॉलिटिकल एफिलिएशन कि पहला वो केड़ी पॉलिटिकल पार्टी या पॉलिटिकल आइडियोलॉजी नाल जुड़िया रहा है, इस तरह का कोई डिक्लेरेशन नहीं देना होता। तो मान लो अज कोई कैंडीडेट बीजेपी तो इलैक्शन लड़ रहा, पहला वो कांग्रेस सीगा, ताकि उन्होंने डिस्कलोज करना पैना कि पहला मैं कांग्रेस होया करता सीगा, उस तो पहले समाजवादी पार्टी, उस तो पहला अकाली दल। इस तरह के प्रीवियस पॉलिटिकल एफिलिएशन का ब्यौरा नहीं देना होता। सो हियर ओनली 2 and 3 आर correct statement. Come to consider the following statements with respect to the model code of conduct for elections in India and find correct statement as your answer. Model code of conduct ਜਿਹਨੂੰ ਚੋਣ ਜਾਬਤਾ ਕਹਿ ਦਿੰਦੇ ਆ, ਆਚਾਰ ਸੰਹਿਤਾ ਕਹਿ ਦਿੰਦੇ ਆ, ਜਦੋਂ ਇਲੈਕਸ਼ਨ ਦੀ ਡੇਟ ਅਨਾਉਂਸ ਹੁੰਦੀ ਹੈ, ਮੰਨ ਲਓ ਲੋਕ ਸਭਾ ਦੇ ਵਿੱਚ ਇਲੈਕਸ਼ਨ ਹੋਣ ਵਾਲਾ ਹੈ, ਤਾਂ 2.5 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਡੇਟ ਅਨਾਉਂਸ ਹੋ ਜਾਊਗੀ ਕਿਸੇ ਵੀ ਥਾਂ ਤੇ ਇਲੈਕਸ਼ਨ ਦੀ। ਜਦੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਡੇਟ ਅਨਾਉਂਸ ਕਰਦਾ, ਨਾਲ ਦੀ ਨਾਲ ਮੋਡਲ ਕੋਡ ਆਫ ਕੰਡਕਟ ਇੰਪਲੀਮੈਂਟ ਹੋ ਜਾਂਦਾ। ਫਿਰ ਆਪਾਂ ਨੂੰ ਪਤਾ ਹੈ ਰੂਲਿੰਗ ਪਾਰਟੀ ਦੇ ਉੱਤੇ ਜਾਂ ਅਦਰਵਾਈਜ਼ ਪੋਲੀਟੀਕਲ ਪਾਰਟੀ ਦੇ ਉੱਤੇ ਬਹੁਤ ਸਾਰੇ ਡੂਜ਼ ਐਂਡ ਡੋਂਟਸ ਦੀ ਇੱਕ ਲਿਸਟ ਵਜੋਂ ਇਹ ਪਾਰਟਿਕੂਲਰ ਮੋਡਲ ਕੋਡ ਆਫ ਕੰਡਕਟ ਲਾਗੂ ਹੁੰਦਾ ਹੈ ਕਿ ਇਲੈਕਸ਼ਨ ਪ੍ਰਚਾਰ ਜਾਂ ਇਲੈਕਸ਼ਨ ਦੌਰਾਨ ਤੁਸੀਂ ਕੀ ਕਰਨਾ, ਕੀ ਨਹੀਂ ਕਰਨਾ। ਹਿਅਰ नो पार्टी और कैंडिडेट कैन यूज एनी प्लेस ऑफ वर्शिप फॉर इलेक्शन कैंपेन। कि धर्म स्थानां नूं आपां यूज नहीं कर सकते? यस सर, इट इज देयर। देन नो कैंडिडेट कैन अपील टू वोटर्स इन द नेम ऑफ कास्ट और रिलीजन। कि धर्म दे या जात दे आधार ते वोट लैण दी अपील या वोट ना पाउण दी अपील की जा सकती है। देखो अपीलां तां हुंदियां रहिंदियां और इहदे आधार ते बहुत ज़्यादा अपील की जाती है। ताही आपां नूं नारे मिलते हैं इलैक्शन दौरान, एक हैं तो सेफ हैं, बटेंगे तो कटेंगे। बट याद रखना मॉडल कोड ऑफ कंडक्ट दे अकॉर्डिंग ए प्रोहिबिटेड है। सो इस तरह की अपील नहीं कर सकते। यस, स्टेटमेंट इज करेक्ट। देन द पॉलिटिकल पार्टी इन पावर कैन नॉट यूज गवर्नमेंट व्हीकल्स फॉर इलैक्शन कैंपेन। यस सर। हालांकि पीएम और सीएम ਨੂੰ एक्सैप्शन दी हुई है, बट इस तो अलावा कोई मिनिस्टर आपके चोण प्रचार नहीं गवर्नमेंट व्हीकल का यूज नहीं कर सकता। So statement is correct. And then no candidate shall indulge in any activity which may lead to disharmony between religious or linguistic community। ਧਰਮ ਦੇ ਜਾਂ ਭਾਸ਼ਾਈ ਆਧਾਰ ਤੇ ਕਿੰਨਾ ਕਮਿਊਨਿਟੀਜ਼ ਦੇ ਵਿੱਚ ਆਪਾਂ ਦੁਸ਼ਮਣੀ ਨਹੀਂ ਵਧਾ ਸਕਦੇ, ਕੋਈ ਕੈਂਡੀਡੇਟ ਨਹੀਂ ਵਧਾ ਸਕਦਾ। So this is also correct. So here answer is all 4 statements are correct. Next, consider the following statements with respect to the powers of Election Commission of India and find statements that are correct as your answer. So, it is not answerable to the government for its action. Very important line. It is not answerable to the government for its action. So, ਜਿਵੇਂ ਇੱਕ famous ਕਹਾਣੀ ਵੀ ਹੈ ਕਿ ਜਦੋਂ 1990s ਦੀ ਸ਼ੁਰੂਆਤ ਦੇ ਵਿੱਚ TN ਸੈਸ਼ਨ ਸਾਹਿਬ ਚੀਫ ਇਲੈਕਸ਼ਨ ਕਮਿਸ਼ਨਰ ਬਣਾਏ ਗਏ, ਤਾਂ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਟੇਸ਼ਨਰੀ ਤੋਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਨਾਲ ਜੋ ਦਰਜ ਸੀਗਾ ਗਵਰਨਮੈਂਟ ਆਫ ਇੰਡੀਆ, ਉਹ ਹਟਵਾ ਦਿੱਤਾ ਸੀਗਾ। ਤੇ ਉਹਨਾਂ ਦੀ ਓਪਨ ਸਟੇਟਮੈਂਟ ਕਿ ਆਪਾਂ ਕਨਸਟੀਟਿਊਸ਼ਨ ਦਾ ਪਾਰਟ ਆ, ਬਟ ਆਪਾਂ ਗਵਰਨਮੈਂਟ ਦਾ ਪਾਰਟ ਨਹੀਂ ਆ, ਆਪਾਂ ਗਵਰਨਮੈਂਟ ਹੇਠਾਂ ਨਹੀਂ ਆ। ਹੈਂਸ ਦੇ ਆਰ ਨਾਟ ਰਿਸਪੌਂਸਿਬਲ ਟੂ ਦ ਗਵਰਨਮੈਂਟ ਫॉर देयर एक्शन। इंडिपेंडेंट ऑटोनोमस एजेंसी वजों काम करेंगे, ताही तो फ्री एंड फेयर इलैक्शन करा पाउणगे। जे जवाबदेही ही सरकार प्रति करती, फिर तो सरकार दे विच रूलिंग पार्टी जिहड़ी बैठी है वो आप दे अकॉर्डिंग काम कराऊगी। सो इंडिपेंडेंट अथॉरिटी है, सो यस, नॉट आंसरेबल। देन इट टेक्स डिसीजंस ऑन एवरी एस्पेक्ट ऑफ द कंडक्ट ऑफ इलेक्शंस इन इंडिया। यस सर, लार्जली इट इज करेक्ट। व्हाई?
ਆਰਟੀਕਲ 324 ਦੀ ਜਿਹੜੀ ਵਰਡਿੰਗ ਹੈ ਫॉर ਸੁਪਰਿੰਟੈਂਡੈਂਟਸ ਡਾਇਰੈਕਸ਼ਨ ਕੰਡਕਟ ਐਂਡ ਕੰਟਰੋਲ ਦਾ ਇਲੈਕਸ਼ਨ, ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹਨਾਂ ਵਰਡਸ ਨੂੰ ਲਿਬਰਲ ਇੰਟਰਪ੍ਰੀਟੇਸ਼ਨ ਦੇਣੀ ਹੈ। ਸੋ ਹਰ ਐਸਪੈਕਟ ਨੂੰ ਕਵਰ ਕਰਨਗੇ। ਦੈਨ both the government and the election commission simultaneously supervise and control officers working on election duty। ਹੁਣ ਪ੍ਰੋਬਲਮ ਇਹ ਹੈ ਕਿ ਇਲੈਕਸ਼ਨ ਕੰਡਕਟ ਕਰਾਉਣ ਲਈ ਜੋ ਭਾਰੀ ਭਰਕਮ ਸਟਾਫ ਚਾਹੀਦਾ ਹੈ ਉਹ ਪਰਮਾਨੈਂਟ ਤੌਰ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਨਹੀਂ ਹੈ, ਤੇ ਇਲੈਕਸ਼ਨ ਕਮਿਸ਼ਨ ਨੂੰ ਗਵਰਨਮੈਂਟਸ ਤੋਂ ਇਹ EMPLOYEES ਜਾਂ ਗਵਰਨਮੈਂਟ ਦੇ EMPLOYEE ਉਧਾਰੇ ਲੈਣੇ ਪੈਂਦੇ ਨੇ। ਜਿਵੇਂ ਕਿ ਕਹਿੰਦੇ ਆ ਕਿ ਇਲੈਕਸ਼ਨ ਆਉਂਦੇ ਤਾਂ ਟੀਚਰਸ ਦੀ ਇਲੈਕਸ਼ਨ ਡਿਊਟੀ ਲੱਗ ਜਾਂਦੀ ਹੈ, ਬਟ ਯਾਦ ਰੱਖਣਾ ਜਦੋਂ ਇਲੈਕਸ਼ਨ ਡਿਊਟੀ ਤੇ ਇਹ ਗਵਰਨਮੈਂਟ EMPLOYEE ਹੋਣਗੇ ਤਾਂ ਫਿਰ ਇਹਨਾਂ ਨੂੰ ਰਿਸਪੈਕਟਿਵ ਗਵਰਨਮੈਂਟ ਸੁਪਰਵਾਈਜ਼ ਨਹੀਂ ਕਰੂਗੀ, ਸਦੋਂ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਅਥਾਰਟੀ ਹੇਠਾਂ ਕੰਮ ਕਰਨਗੇ। ਸੋ ਸੁਪਰਵਾਈਜ਼ ਦਾ ਕੰਮ ਕਰਨ ਦਾ ਜਿਹੜਾ ਹੈਗਾ ਉਹ ਸਿਰਫ ਇਲੈਕਸ਼ਨ ਕਮਿਸ਼ਨ ਕਰੂਗਾ, ਗਵਰਨਮੈਂਟ ਨਹੀਂ ਕਰੂਗੀ। ਹੈਂਸ ਸਟੇਟਮੈਂਟ ਇਜ਼ ਇਨਕਰੈਕਟ। ਸੋ ਹਿਅਰ only two statements are correct. Coming to consider the following statements and find correct statement as your answer. Postal voting is the facility through which voters can cast vote by sending ballot paper to the election officer. Then proxy voting is a facility through which a registered elector can delegate his or her voting power to a representative. So ਇੱਕ ਤਾਂ ਆਪਾਂ ਇਨ ਪਰਸਨ ਜਾ ਕੇ ਵੋਟ ਕਰ ਸਕਦੇ ਹਾਂ ਪੋਲਿੰਗ ਬੂਥ ਦੇ ਉੱਤੇ, ਇਸ ਤੋਂ ਇਲਾਵਾ ਸਪੈਸੀਫਾਈਡ ਕੈਟੇਗਰੀ ਨੂੰ, ਜ਼ਿਆਦਾਤਰ ਇਹ ਸਰਵਿਸ ਕੈਟੇਗਰੀ ਹੈ, ਉਹਨਾਂ ਨੂੰ ਇਹ ਰਾਈਟ ਦਿੱਤਾ ਗਿਆ ਹੈ ਕਿ ਉਹ ਪੋਸਟਲ ਬੈਲਟ ਮਤਲਬ ਡਾਕ ਰਾਹੀਂ, ਪੋਸਟ ਰਾਹੀਂ ਵੀ ਆਪਣੀ ਵੋਟ ਕਾਊਂਟ ਕਰਵਾ ਸਕਦੇ ਨੇ, ਕਾਸਟ ਕਰ ਸਕਦੇ ਨੇ। ਤੇ ਪ੍ਰੋਕਸੀ, ਜਿਵੇਂ ਕਾਲਜ ਚਲਾਉਂਦੇ ਨੇ ਸਟੂਡੈਂਟਸ ਕਿ ਯਾਰ ਮੈਂ ਅੱਜ ਕਲਾਸ ਨਹੀਂ ਆਉਣਾ, ਮੇਰੀ ਪ੍ਰੋਕਸੀ ਲਾ ਦੀ, ਮੇਰੀ ਤਾਂ ਹਾਜ਼ਰੀ ਭਰਦੀ। ਸੋ ਪ੍ਰੋਕਸੀ ਵੋਟਿੰਗ ਦਾ ਕੰਸੈਪਟ ਇਹ ਹੈ ਕਿ ਇਫ ਆਈ ਐਮ ਇਨ दैट सर्विस, सो मैं आपकी एक प्रॉक्सी चुनना जो मेरी ही कॉन्स्टिट्यूएंसी का एक रजिस्टर्ड वोटर होगा, इलेक्शन वाले दिन वो मेरी थां वोट पाऊगा। लेकिन याद रखना ये एवें जनरल पब्लिक नूं राइट अवेलेबल नहीं है कि मैनू अवेलेबल होवे एज अ सिटीजन ऑफ इंडिया कि मैं किहड़े राही वोट करना गा। पोस्टल बैलेट ते प्रॉक्सी वोट ਇਹ ਸਰਵਿਸ ਕਲਾਸਿਸ ਨੂੰ ਅਵੇਲੇਬਲ ਹੈ। ਕਿਹੜੀ ਕਿਹੜੀ? ਔਰ ਇਹਦੇ ਵਾਸਤੇ ਪਹਿਲਾਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਰਜਿਸਟਰ ਹੋਣਾ ਪੈਂਦਾ। ਸੋ ਜਿਵੇਂ ਕਿ ਸਾਡੀ ਆਰਮਡ ਫੋਰਸਿਸ ਨੇ, ITBP, BSF, CRPF, ਇਹਨਾਂ ਦੇ ਪਰਸੋਨਲਸ ਨੂੰ ਬੈਲਟ ਪੋਸਟ ਦਾ ਹੱਕ ਹੈ। ਤੇ ਸਾਡੇ ਡਿਫੈਂਸ ਪਰਸੋਨਲ ਜੋ ਫਾਰਵਰਡ ਏਰੀਆ ਦੇ ਵਿੱਚ ਪੋਸਟਡ ਨੇ, ਜਾਂ ਜਿਸ ਦਿਨ ਇਲੈਕਸ਼ਨ ਹੈ ਉਸ ਦਿਨ ਇਲੈਕਸ਼ਨ ਡਿਊਟੀ ਤੇ ਜਾਣ ਵਾਲੇ ਲੋਕ, ਜਾਂ ਬਹੁਤ ਹੀ ਇਸੈਂਸ਼ੀਅਲ ਸਰਵਿਸਿਜ਼ ਨਾਲ ਜੁੜੇ ਹੋਏ ਲੋਕ ਕਿ ਮੈਟਰੋ ਆਪਰੇਟ ਕਰਨੀ ਹੈ ਸਰ, ਅਸੀਂ ਇੱਕ ਦਿਨ ਮੈਟਰੋ ਬੰਦ ਨਹੀਂ ਕਰ ਸਕਦੇ, ਉਸ ਦਿਨ ਤਾਂ ਸਗੋਂ ਮੈਟਰੋ ਦਿੱਲੀ ਦੇ ਵਿੱਚ ਫੈਸਿਲਿਟ ਕਰੂਗੀ ਲੋਕਾਂ ਨੂੰ ਪੋਲਿੰਗ ਬੂਥ ਤੇ ਲੈ ਜਾਣ ਵਾਸਤੇ। ਸੋ ਇਸ ਤਰ੍ਹਾਂ ਦੀ ਸਰਵਿਸ ਕੈਟੇਗਰੀ ਪਹਿਲਾਂ ਹੀ ਕਲਾਸੀਫਾਈ ਕੀਤੀ ਜਾਂਦੀ ਹੈ ਵਿਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਫਿਰ ਉਹਨਾਂ ਦੇ ਪਰਸੋਨਲਸ ਨੂੰ ਇਹ ਰਾਈਟ ਦਿੱਤਾ ਜਾਂਦਾ ਹੈ। ਸੋ ਆਈ ਬਲੀਵ ਦੋਨੋਂ ਚੀਜ਼ਾਂ ਕਲੀਅਰ, ਪੋਸਟਲ ਤੇ ਪ੍ਰੋਕਸੀ। Then members of armed forces can vote both through the postal voting and proxy voting. तो सर डिफरेंट सर्विस कैटेगरी ਨੂੰ ਇਹ ਰਾਈਟ ਅਵੇਲੇਬਲ ਹੈ। ਆਰਮਡ ਫੋਰਸਸ ਜਿਵੇਂ ਆਪਾਂ ਗੱਲ ਕੀਤੀ ਹੈ ਉਹ ਇਹ ਰਾਈਟ ਅਵੇਲ ਕਰ ਸਕਦੇ ਨੇ। ਸੋ ਆਲ 3 ਸਟੇਟਮੈਂਟ ਆਰ correct here. Next, which of the following is common to the election for membership of both the Rajya Sabha and Lok Sabha? और ਇੱਕ ऑप्शन चूज करनी है। सो लोक सभा ਤੇ ਰਾਜ ਸਭਾ ਦੇ ਵਿੱਚ ਇਲੈਕਸ਼ਨ ਦੇ ਵਿੱਚ ਕਾਮਨ ਫੈਕਟਰ ਕਿਹੜਾ ਹੈ? ਥੋੜਾ ਜਿਹਾ ਲੌਜੀਕਲ ਰੀਜ਼ਨਿੰਗ ਵਾਲਾ ਕੁਐਸਚਨ ਹੈ। ਚਲੋ ਸਟੇਟਮੈਂਟਾਂ ਪੜ੍ਹਨਾ, ਤੁਸੀਂ ਕੋਸ਼ਿਸ਼ ਕਰੋ ਕਿ ਸੋਲਵ ਕਰ ਸਕੋ। Every citizen above the age of 18 is eligible to vote. A voter can cast vote for multiple candidates. The candidate contesting election must be registered as an elector for any parliamentary constituency, and the winner must get more than half of the votes polled. So what is your guess? ਇੱਕੋ ਆਪਸ਼ਨ ਚੂਜ਼ ਕਰਨੀ ਹੁਣ ਇਹਦੇ ਵਿੱਚ, ਮਲਟੀਪਲ ਆਪਸ਼ਨ ਹੈ ਨਹੀਂ ਗੀ। ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਮਨ ਪੁਆਇੰਟ ਦੱਸਣਾ। ਚਲੋ ਇੱਕ ਐਲੀਮੀਨੇਟ ਕਰਕੇ ਦੇਖਦੇ ਹਾਂ। ਮਲਟੀਪਲ ਕੈਂਡੀਡੇਟਸ ਵਾਸਤੇ ਤੁਸੀਂ ਵੋਟ ਨਹੀਂ ਕਰ ਸਕਦੇ। ਇੱਕੋ ਕੈਂਡੀਡੇਟ ਵਾਸਤੇ ਵੋਟ ਕਰਨਾ ਹੋਗਾ ਸਿਰਫ ਲੋਕ ਸਭਾ, ਤਾਂ ਤੁਹਾਡੀ ਕਨਸਟੀਟੂਐਂਸੀ ਦੇ ਵਿੱਚ ਮਲਟੀਪਲ ਕੈਂਡੀਡੇਟ ਖੜੇ ਨੇ ਤਾਂ 3-4 ਵਾਸਤੇ ਵੋਟ ਨਹੀਂ ਕਰੋਗੇ, ਇੱਕੋ ਨੂੰ ਚੂਜ਼ ਕਰਨ ਵਾਸਤੇ ਵੋਟ ਕਰੋਗੇ ਜਾਂ ਨੋਟਾ ਕਰੋਗੇ। ਸੋ ਦਿਸ ਇਜ਼ ਐਲੀਮੀਨੇਟਡ। ਦੈਨ ਵਿਨਰ ਗੈਟ ਮੋਰ ਦੈਨ ਹਾਫ। ਨਹੀਂ ਸਰ, ਆਪਾਂ ਨੂੰ ਪਤਾ ਹੈ ਲੋਕ ਸਭਾ ਦਾ ਇਲੈਕਸ਼ਨ ਫਸਟ ਪਾਸ ਦਾ ਪੋਸਟ ਸਿਸਟਮ ਤੇ ਹੁੰਦਾ ਹੈ,
ਹਾਈਐਸਟ ਵੋਟ ਟੇਕਰ ਸ਼ੈਲ ਵਿਨ। ਤਾਂ ਜਿੱਤਣ ਵਾਲੇ ਕੈਂਡੀਡੇਟ ਨੂੰ ਇਹ ਲਾਜ਼ਮੀ ਨਹੀਂ ਕਿ ਉਹ 50% ਤੋਂ ਵੱਧ ਵੋਟ ਲੈ ਕੇ ਜਾਵੇ, ਬਸ ਉਹਨੇ ਸਭ ਤੋਂ ਜ਼ਿਆਦਾ ਵੋਟ ਅਚੀਵ ਕਰਨੇ, ਉਹ ਭਾਵੇਂ 35% ਮਿਲ ਜਾਣ, ਭਾਵੇਂ 26% ਮਿਲ ਜਾਣ। ਸੋ ਇਹ ਵੀ ਐਲੀਮੀਨੇਟ ਹੋ ਰਿਹਾ ਹੈ। ਦੈਨ candidate contesting election must be registered as an elector from any parliamentary constituency. Now this is suitable answer. So here it comes that ਲੋਕ ਸਭਾ ਦੇ ਵਿੱਚ ਇਲੈਕਸ਼ਨ ਲੜਨਾ ਤਾਂ ਆਪਾਂ ਨੂੰ ਕੁਆਲੀਫਿਕੇਸ਼ਨ ਦੇ ਵਿੱਚ ਇੱਕ ਕੁਆਲੀਫਿਕੇਸ਼ਨ ਪਤਾ ਹੈ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਕਨਸਟੀਟੂਐਂਸੀ 'ਚ ਵੋਟ ਬਣੀ ਹੋਣੀ ਚਾਹੀਦੀ ਹੈ। ਜੇ ਤੁਹਾਡੀ ਵੋਟ ਮੰਨ ਲਓ ਇਲਾਹਾਬਾਦ ਦੇ ਵਿੱਚ ਵੀ ਰਜਿਸਟਰ ਹੈ ਤਾਂ ਤੁਸੀਂ ਆ ਕੇ ਅੰਬਾਲੇ ਤੋਂ ਇਲੈਕਸ਼ਨ ਲੜ ਸਕਦੇ ਹੋ। ਕਿਤੇ ਵੀ ਬਸ ਵੋਟ ਬਣੀ ਹੋਣੀ ਚਾਹੀਦੀ ਹੈ। ਜਿਸ ਕਨਸਟੀਟੂਐਂਸੀ ਤੋਂ ਲੜ ਰਹੇ ਹੋ ਉੱਥੇ ਬਣੀ ਹੋ, ਉਹ ਲਾਜ਼ਮੀ ਨਹੀਂ। ਰਾਜ ਸਭਾ ਦਾ ਕੀ ਹੈ? ਸੋ ਰਾਜ ਸਭਾ ਦੇ ਵਿੱਚ ਵੀ ਤੁਹਾਡੀ ਦੇਸ਼ ਦੇ ਵਿੱਚ ਕਿਤੇ ਵੀ ਵੋਟ ਬਣੀ ਹੈ, ਤੁਸੀਂ ਕਿਸੇ ਵੀ ਸਟੇਟ ਤੋਂ ਇਲੈਕਸ਼ਨ ਲੜ ਸਕਦੇ ਹੋ। 2003 ਤੋਂ ਪਹਿਲਾਂ ਹੁੰਦਾ ਸੀਗਾ ਕਿ ਜਿਹੜੀ ਸਟੇਟ ਤੋਂ ਰਾਜ ਸਭਾ ਦਾ ਇਲੈਕਸ਼ਨ ਲੜਨਾ ਉਸ ਸਟੇਟ ਦੇ ਵਿੱਚ ਰਜਿਸਟਰਡ ਵੋਟਰ ਹੋਣੇ ਚਾਹੀਦੇ ਆ। 2003 ਤੋਂ ਬਾਅਦ ਇਹ ਸ਼ਰਤ ਹਟਾ ਲਈ ਗਈ ਹੈ। ਤਾਂ ਸੇਮ ਇਜ਼ ਦਾ ਕਲੌਜ਼। ਤੁਹਾਡੀ ਨਈ ਦਿੱਲੀ ਦੇ ਵਿੱਚ ਵੀ ਵੋਟ ਬਣੀ ਹੈ ਤਾਂ ਵੀ ਆ ਕੇ ਪੰਜਾਬ ਤੋਂ ਰਾਜ ਸਭਾ ਦਾ ਇਲੈਕਸ਼ਨ ਲੜ ਸਕਦੇ ਹੋ, ਜਿਵੇਂ ਰਾਘਵ ਚੱਡਾ ਸਾਹਿਬ ਨੇ ਲੜਿਆ ਤੇ ਉਹ ਰਾਜ ਸਭਾ ਐਮਪੀ ਨੇ ਫਰਮ ਪੰਜਾਬ। ਸੋ ਦਿਸ ਇਜ਼ ਦ ਕਰੈਕਟ ਆਪਸ਼ਨ। ਬਟ ਵਾਈ ਨਾਟ ਦ ਫਰਸਟ ਵਨ? ਐਵਰੀ ਸਿਟੀਜ਼ਨ ਅਬਵ ਦ ਏਜ ਆਫ 18 ਈਅਰ ਇਜ਼ ਐਲੀਜੀਬਲ ਵੋਟਰ। ਔਰ ਇਹ ਤਾਂ ਸੱਚਾਈ ਵੀ ਹੈ। 18 ਸਾਲ ਤੋਂ ਉੱਤੇ ਦਾ ਹਰ ਪਰਸਨ ਉਹ ਵੋਟਰ ਹੋ ਸਕਦਾ ਹੈ, ਰਜਿਸਟਰ ਕਰਾਣੀ ਹੈ ਬਸ ਉਹਨੇ। ਬਟ ਲੌਜੀਕਲ ਰੀਜ਼ਨਿੰਗ ਇੱਥੇ ਹੁੰਦੀ ਹੈ ਕਿ ਲੋਕ ਸਭਾ ਦੇ ਵਿੱਚ ਲੋਕੀ ਵੋਟ ਕਰਦੇ ਨੇ, ਫੇਅਰ ਇਨਫ। ਤਾਂ 18 ਸਾਲ ਤੋਂ ਉੱਤੇ ਦੇ ਜਿਹੜੇ ਬੰਦੇ ਨੇ ਉਹ ਐਲੀਜੀਬਲ ਵੋਟਰ ਨੇ। ਬਟ ਰਾਜ ਸਭਾ ਦੇ ਵਿੱਚ ਡਾਇਰੈਕਟ ਇਲੈਕਸ਼ਨ ਹੈ ਹੀ ਨਹੀਂ ਗੀ। ਤਾਂ ਹਰ 18 ਸਾਲ ਤੋਂ ਉੱਤੇ ਦਾ ਐਲੀਜੀਬਲ ਵੋਟਰ ਉਹ ਰਾਜ ਸਭਾ ਵਾਸਤੇ ਵੋਟ ਕਰਦਾ ਹੀ ਨਹੀਂ ਹੈ। ਰਾਜ ਸਭਾ ਦੇ ਵਿੱਚ ਸਟੇਟ ਦੇ ਇਲੈਕਟਡ ਐਮਐਲਏਜ਼ ਵੋਟ ਕਰਨਗੇ। ਦੈਟਸ ਵਾਈ ਫਰਸਟ ਸਟੇਟਮੈਂਟ ਇਜ਼ ਇਨਕਰੈਕਟ। ਕਲੀਅਰ? ਸੋ C is our answer. चलिए, which of the following can be considered as the necessary condition required for the conducting democratic election in a country? ਇਹਨਾਂ ਦੇ ਵਿੱਚੋਂ ਦਿੱਤੀ ਗਈ ਕਿਹੜੀ ਕੰਡੀਸ਼ਨਸ ਰਿਕੁਆਇਰਡ ਨੇ ਕਿ ਕੰਟਰੀ ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਇੱਕ ਆਪਾਂ ਫ੍ਰੀ ਫੇਅਰ ਜਾਂ ਡੈਮੋਕ੍ਰੈਟਿਕ ਇਲੈਕਸ਼ਨ ਕਰਾ ਸਕੀਏ। ਸੋ ਇਕੁਅਲ ਰਾਈਟ ਟੂ ਵੋਟ ਸਰ ਬਿਲਕੁਲ ਹੋਣਾ ਚਾਹੀਦਾ। ਐਦਾਂ ਨਹੀਂ ਹੋਣਾ ਚਾਹੀਦਾ ਕਿ ਧਰਮ ਖਾਸ ਦਾ ਵੋਟਿੰਗ ਵੈਲਿਊ ਜ਼ਿਆਦਾ ਹੈ, ਕਿਸੇ ਦੂਜੇ ਧਰਮ ਦਾ ਘੱਟ ਹੈ, ਜਾਂ ਜਿਹੜੇ ਵੱਧ ਟੈਕਸ ਪੇ ਕਰ ਰਹੇ ਨੇ ਉਹਨਾਂ ਦੀ ਵੋਟ ਵੈਲਿਊ ਤਾਂ 5 ਕਰ ਦਿਓ, ਜਿਹੜੇ ਟੈਕਸ ਨਹੀਂ ਪੇ ਕਰ ਰਹੇ ਉਹਨਾਂ ਨੂੰ ਵੋਟ ਹੀ ਨਾ ਦੇਣ ਦਿਓ। ਤਾਂ ਸਭ ਦੀ ਵੋਟ ਵੈਲਿਊ ਉਹ ਇੱਕ ਹੋਣੀ ਚਾਹੀਦੀ ਹੈ ਤੇ ਸਭ ਨੂੰ ਵੋਟਿੰਗ ਰਾਈਟ ਹੋਣਾ ਚਾਹੀਦਾ। ਅਗੇਨ ਧਰਮ ਦੇ ਆਧਾਰ ਤੇ, ਟੈਕਸ ਪੇਇੰਗ ਦੇ ਆਧਾਰ ਤੇ ਕਿਸੇ ਦਾ ਵੋਟਿੰਗ ਰਾਈਟ ਖਤਮ ਨਹੀਂ ਕਰਨਾ ਚਾਹੀਦਾ। ਦੈਨ ਫ੍ਰੀडम ਟੂ ਕੰਟੈਸਟ, ਯੈਸ ਸਰ। ਚਾਈਨਾ ਨੂੰ ਆਪਾਂ ਡੈਮੋਕ੍ਰੇਸੀ ਕਿਉਂ ਨਹੀਂ ਕਾਊਂਟ ਕਰਦੇ? ਉਹ ਤਾਂ ਕਲੇਮ ਕਰਦੇ ਨੇ ਬਟ ਆਪ ਬਾਕੀ ਦੁਨੀਆ ਨਹੀਂ ਕਰ ਰਹੀ। ਐਸੇ ਕਰਕੇ ਕਿ ਸਿੰਗਲ ਪਾਰਟੀ ਰੂਲ ਹੈ। ਇੱਕੋ ਪੋਲੀਟੀਕਲ ਪਾਰਟੀ ਬਣਾ ਸਕਦੇ ਹੋ, ਉਹਦੇ ਮੈਂਬਰ ਬਣੋ ਤਾਂ ਹੀ ਇਲੈਕਸ਼ਨ ਲੜੋਗੇ। ਸੋ ਫ੍ਰੀडम ਟੂ ਕੰਟੈਸਟ ਹੋਣਾ ਚਾਹੀਦਾ। ਜਿਵੇਂ ਇੰਡੀਆ ਦੇ ਵਿੱਚ ਤੁਸੀਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਇਲੈਕਸ਼ਨ ਲੜ ਸਕਦੇ ਹੋ, ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਸਕਦੇ ਹੋ ਤੁਸੀਂ, ਸੋ ਮਚ ਸੋ ਦੈਟ ਆਪ ਵੀ ਪੋਲੀਟੀਕਲ ਪਾਰਟੀ ਫਾਰਮ ਕਰਕੇ ਇਲੈਕਸ਼ਨ ਲੜ ਸਕਦੇ ਹੋ। ਦੈਨ ਫ੍ਰੀ ਐਂਡ ਫੇਅਰ ਇਲੈਕਸ਼ਨ ਪ੍ਰੋਸੈਸ, ਬਿਲਕੁਲ ਸਰ ਇਹ ਤਾਂ ਬੇਸਿਕ ਨੈਸੈਸਿਟੀ ਹੈ। ਜੇ ਇਲੈਕਸ਼ਨ ਫ੍ਰੀ ਐਂਡ ਫੇਅਰ ਨਹੀਂ ਹੈ ਸੋ ਇਟਸ ਅ ਠਗੀ ਵਿਦ ਦ डेमोक्रेसी। देन कॉर्पोरेट फंडिंग, कॉर्पोरेट कराने की इन्हां दी फंडिंग नेसेसरी है फॉर डेमोक्रेटिक इलेक्शन प्रोसेस? नहीं सर, कोई लाजमी नहीं कि कॉर्पोरेट फंडिंग होवे। हालांकि इंडिया च कॉर्पोरेट फंडिंग अलाउ है, वो अड गल है, लेकिन यह बेसिक नेसेसिटी नहीं है डेमोक्रेटिक इलेक्शन कराने वास्ते। बल्कि कई थिंकर तो क्रिटिसाइज करते हैं कि अगर कॉर्पोरेट कराने बिग बिजनेस फैमिलीज वो फंड करनगियां पॉलिटिकल पार्टी या कैंडीडेट नूं फॉर इलेक्शन, ਤਾਂ ਕੱਲ ਨੂੰ ਆਪ ਦੇ ਹੱਕ 'ਚ ਪਾਲਿਸੀ ਬਣਵਾਉਣੀ ਹੈ ਜੋ ਕਿ ਕੱਲ ਨੂੰ ਤੁਹਾਨੂੰ ਕ੍ਰੋਨੀ ਕੈਪੀਟਲਿਜ਼ਮ ਵੱਲ ਜਾ ਸਕਦਾ। ਤਾਂ ਕਈ ਲੋਕੀ ਤਾਂ ਥਿੰਕਰ ਇਹਨੂੰ ਕ੍ਰਿਟਿਸਾਈਜ਼ ਕਰਦੇ ਨੇ, ਇਹ ਬੇਸਿਕ ਨੈਸੈਸਿਟੀ ਨਹੀਂ ਹੈ। ਦੈਨ ਇਲੈਕਸ਼ਨ ਹੈਲਡ ਐਟ ਰੈਗੂਲਰ ਇੰਟਰਵੈਲਸ, ਯੈਸ ਸਰ। ਇੱਕ ਵਾਰੀ ਕੋਈ ਪਰਸਨ ਉੱਠਿਆ, ਇੱਕ ਵਾਰੀ ਇਲੈਕਸ਼ਨ ਕਰਾ ਲਿਆ, ਪਾਵਰ 'ਚ ਆ ਗਿਆ, ਹੁਣ ਉਹ ਡਿਕਟੇਟਰ ਬਣ ਬੈਠੇ, ਉਹ ਦੁਬਾਰਾ ਇਲੈਕਸ਼ਨ ਹੀ ਨਹੀਂ ਕਰਾਉਂਦਾ, ਤਾਂ ਫਿਰ ਡੈਮੋਕ੍ਰੈਟਿਕ ਇਲੈਕਸ਼ਨ ਐਸਟੈਬਲਿਸ਼ ਨਹੀਂ ਹੋਣਗੇ। ਸੋ ਫਿਫਥ ਇਜ਼ ਆਲਸੋ ਦੇयर, only the corporate funding is not the basic necessity required for democratic election in the country. So here our answer will be, bas 4 kar do, C 1 2 3 and 5. Further, consider following statements with reference to the right to vote in India and find correct statement as your answer. A prisoner who is serving as a sentence
of imprisonment is not entitled to vote in an election. ਕੋਈ ਪਰਸਨ ਜਿਹਨੂੰ ਸੈਂਟੈਂਸਿੰਗ ਹੋਈ ਹੈ ਉਹ ਜੇਲ੍ਹ ਦੇ ਵਿੱਚ ਸਜ਼ਾ ਹੋਈ ਹੈ ਤਾਂ ਕੀ ਉਹਦਾ ਰਾਈਟ ਟੂ ਵੋਟ ਉਹ ਸਸਪੈਂਡ ਕਰ ਦਿੱਤਾ ਜਾਊਗਾ ਕਿ ਫੋਰ ਦਾ ਟਾਈਮ ਬੀਇੰਗ ਉਹਨੂੰ ਵੋਟ ਨਾ ਪਾਉਣ ਦਿੱਤੀ ਜਾਵੇ। ਦੇਖੋ ਇਹ ਮੁੱਦਾ ਕਾਫੀ ਉੱਠਿਆ ਸੀਗਾ ਪਿਛਲੇ ਹੁਣੇ ਜਿਹੜੀ 2024 ਦੀ ਲੋਕ ਸਭਾ ਚੋਣਾਂ ਹੋਈਆਂ ਨੇ ਕਿ ਕੁਝ ਕੈਂਡੀਡੇਟ ਨੇ ਜੋ ਜੇਲ੍ਹ ਦੇ ਵਿੱਚ ਸੀਗੇ, ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਸੀਗੇ, ਤਾਂ ਉਹ ਇਲੈਕਸ਼ਨ ਲੜ ਗਏ ਬਟ ਫਿਰ ਬਹੁਤ ਸਾਰੇ ਲੋਕੀ ਜਿਹੜੇ ਜੇਲ੍ਹਾਂ 'ਚ ਬੰਦੇ ਉਹਨਾਂ ਨੂੰ ਵੋਟ ਨਹੀਂ ਦੇਣ ਦਾ ਅਧਿਕਾਰ ਹੁੰਦਾ। ਮਤਲਬ ਇਹ ਕਿ ਐਵੇਂ ਦਾ ਲਿਟਰੇਚਰ ਨਿਊਜ਼ਪੇਪਰ ਦੇ ਵਿੱਚ ਆਇਆ ਕਿ ਜੇਲ੍ਹ ਦੇ ਵਿੱਚ ਰਹਿ ਕੇ ਕੋਈ ਪਰਸਨ ਇਲੈਕਸ਼ਨ ਤਾਂ ਲੜ ਸਕਦਾ ਹੈ, ਉਹ ਵੋਟ ਨਹੀਂ ਪਾ ਸਕਦਾ ਤੇ ਪੈਰਾਡੌਕਸਿਕਲ ਸਿਚੁਏਸ਼ਨ ਬਣ ਰਹੀ ਹੈ। ਬਟ ਐਜ਼ ਪਰ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਯਾਦ ਰੱਖਣਾ ਕਿ ਹਾਂ ਜੇਲ੍ਹ ਦੇ ਵਿੱਚ ਜੇ ਕਿਸੇ ਪਰਸਨ ਨੂੰ ਸਜ਼ਾ ਹੋਈ ਹੈ ਫॉर द ਟਾਈਮ ਬੀਇੰਗ ਜਦੋਂ ਤੱਕ ਜੇਲ੍ਹ ਹੈ ਉਹਦਾ ਵੋਟਿੰਗ ਰਾਈਟ ਸਸਪੈਂਡ ਕਰ ਦਿੱਤਾ ਜਾਊਗਾ। ਸੋ ਸਟੇਟਮੈਂਟ ਇਜ਼ ਕਰੈਕਟ। Then voting rights are available to NRIs but not to overseas citizen of India card holder. याद रखना OCI are not citizen of India. ये टर्म मिसनॉमर है। ओवरसीज सिटीजन ऑफ इंडिया ਉਹ ਨੇ ਜੋ 26 ਜਨਵਰੀ 1950 ਤੋਂ ਬਾਅਦ ਕਿਸੇ ਬੇਗਾਨੇ ਮੁਲਕ ਗਏ, ਬਾਹਰਲੇ ਮੁਲਕ ਗਏ ਔਰ ਉੱਥੇ ਦੀ ਸਿਟੀਜ਼ਨਸ਼ਿਪ ਲੈ ਲਈ ਹੈ। ਹੁਣ ਇਹ ਇੰਡੀਅਨ ਸਿਟੀਜ਼ਨਸ਼ਿਪ ਨਹੀਂ ਹੈ, ਇਹਨਾਂ ਨੂੰ ਸਿਟੀਜ਼ਨਸ਼ਿਪ ਲਾਈਕ ਕੁਝ ਫੈਸਿਲਿਟੀ ਦੇ ਦਿੰਦੇ ਬਟ ਉਹਦੇ ਵਿੱਚ ਰਾਈਟ ਟੂ ਵੋਟ ਸ਼ਾਮਿਲ ਨਹੀਂ ਹੈ। ਹਾਂ NRI ਸੋ 2010-2013 ਦੇ ਰਿਫਾਰਮ ਤੋਂ ਬਾਅਦ NRIs ਨੂੰ ਆਪਾਂ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੋਇਆ ਕਿਉਂਕਿ ਉਹ ਇੰਡੀਅਨ ਸਿਟੀਜ਼ਨ ਹੀ ਨੇ, ਬਸ ਉਹ ਇੱਥੇ ਰਹਿ ਨਹੀਂ ਰਹੇ। ਸੋ second statement is also correct. So both 1 and 2 is our answer. Next, which of the following is our condition for recognition of a party as a national party and find correct statement as the answer. ਤਿੰਨ ਕ੍ਰਾਈਟੇਰੀਆ ਨੇ ਜਿਹਦੇ ਆਧਾਰ ਤੇ ਕਿਸੇ ਪੋਲੀਟੀਕਲ ਪਾਰਟੀ ਨੂੰ ਨੈਸ਼ਨਲ ਪੋਲੀਟੀਕਲ ਪਾਰਟੀ ਦਾ ਦਰਜਾ ਦੇ ਦਿੱਤਾ ਜਾਂਦਾ ਹੈ ECI ਦੁਆਰਾ, ਤੇ 5 ਗਰਾਊਂਡ ਨੇ ਜਿਹਦੇ ਆਧਾਰ ਤੇ ਕਿਸੇ ਪੋਲੀਟੀਕਲ ਪਾਰਟੀ ਨੂੰ ਸਟੇਟ ਪੋਲੀਟੀਕਲ ਪਾਰਟੀ ਦਾ ਦਰਜਾ ਦਿੱਤਾ ਜਾਂਦਾ ਹੈ। ਨਾਓ ਕਮਿੰਗ ਟੂ ਦ ਫੈਕਟ ਦੈਟ ਨੈਸ਼ਨਲ ਤੇ ਸਟੇਟ ਪੋਲੀਟੀਕਲ ਪਾਰਟੀ ਇਹਨਾਂ ਦੇ ਇਲੈਕਟੋਰਲ ਪਰਫਾਰਮੈਂਸ ਤੇ ਬੇਸਡ ਹੈ, ਮਤਲਬ ਉਹ ਇਲੈਕਸ਼ਨ ਦੇ ਵਿੱਚ ਕਿੰਨਾ ਪਰਫਾਰਮ ਕਰ ਰਹੇ ਨੇ। ਸੋ ਲੈਟਸ ਚੈੱਕ ਦ ਨੈਸ਼ਨਲ ਪੋਲੀਟੀਕਲ ਪਾਰਟੀ। ਹਾਲਾਂਕਿ ਤੁਸੀਂ ਦੋਨਾਂ ਦੇ ਕ੍ਰਾਈਟੇਰੀਆ ਯਾਦ ਕਰਕੇ ਜਾਣੇ ਆ, ਇੱਕ ਬਹੁਤ ਇੰਪੋਰਟੈਂਟ ਪ੍ਰੋਬੇਬਲ ਕੁਐਸਚਨ ਹੈ। ਸੋ here it comes. If political party secured 4% of valid votes in 3 states at a general election for the Lok Sabha. Simple inna likha hai. An answer is no. This is not a correct statement. Then, if party wins 3% of seats in legislative assembly at general election for legislative assembly. ਭਈ ਜੇ legislative assembly ਵਿਧਾਨ ਸਭਾ ਦੀ ਚੋਣਾਂ ਦੇ ਵਿੱਚ 3% ਸੀਟਾਂ ਜਿੱਤ ਲੀਆਂ ਤਾਂ ਇਹ ਅਗਰ ਆਪਾਂ ਕਾਮਨ ਸੈਂਸ ਦੀ ਵੀ ਗੱਲ ਕਰੀਏ ਤਾਂ ਸਟੇਟ ਪਾਰਟੀ ਦਾ ਦਰਜਾ ਮਿਲਣਾ ਚਾਹੀਦਾ। ਆਈ ਐਮ ਨਾਟ ਟਾਕਿੰਗ ਟੈਕਨੀਕਲ ਟਰਮਸ, ਨੈਸ਼ਨਲ ਪਾਰਟੀ ਦਾ ਦਰਜਾ ਤਾਂ ਨਹੀਂ ਦੇ ਦਾਂਗੇ। ਸੋ ਦਿਸ ਇਜ਼ ਆਲਸੋ ਇਨਕਰੈਕਟ। ਐਂਡ ਦੈਨ ਇਫ ਪਾਰਟੀ ਵਿਨਸ 2% ਆਫ ਸੀਟਸ ਇਨ ਲੋਕ ਸਭਾ ਐਟ ਜਨਰਲ ਇਲੈਕਸ਼ਨ ਫਰੋਮ 3 states, ਨਾਓ ਦਿਸ ਇਜ਼ ਦ ਕਰੈਕਟ ਸਟੇਟਮੈਂਟ। So first of all, we choose the answer 1 only, 3 only, 1 and 3, 1, 2 and 3. So third only is our answer. Now, if we go into detail, ਤਾਂ ਪਹਿਲੇ ਵਾਲੇ ਨੂੰ ਟਵੀਕ ਕੀਤਾ ਗਿਆ ਸਟੇਟਮੈਂਟ ਨੂੰ, ਅਗਰ ਨੈਸ਼ਨਲ ਪਾਰਟੀ ਬਣਨਾ ਹੈ 6% ਆਫ ਵੈਲਿਡ ਵੋਟਸ ਇਨ 4 states ਪਲੱਸ 4 MP ਦੀ ਸੀਟਾਂ ਵੀ ਚਾਹੀਦੀਆਂ ਨੇ ਤਾਂ ਨੈਸ਼ਨਲ ਪਾਰਟੀ ਬਣੋਗੇ। ਦੂਜਾ ਇਹ 3% ਜਾਂ 3 ਸੀਟਾਂ ਲੈਜਿਸਲੇਟਿਵ ਅਸੈਂਬਲੀ ਵਿੱਚ ਸਟੇਟ ਪਾਰਟੀ ਦਾ ਦਰਜਾ ਤੇ ਫਿਰ 2% ਸੀਟ ਲੋਕ ਸਭਾ ਦੀ 3 ਰਾਜਾਂ ਦੇ ਵਿੱਚੋਂ ਇਹ ਹਾਸਲ ਕਰਕੇ ਨੈਸ਼ਨਲ ਪੋਲੀਟੀਕਲ ਪਾਰਟੀ ਬਣਿਆ ਜਾ ਸਕਦਾ। ਆਈ ਰਿਪੀਟ, ਹੁਣ ਇਹ ਤੁਹਾਡਾ ਹੋਮਵਰਕ, ਨੈਸ਼ਨਲ ਪੋਲੀਟੀਕਲ ਪਾਰਟੀ ਦਾ ਕ੍ਰਾਈਟੇਰੀਆ, ਸਟੇਟ ਪੋਲੀਟੀਕਲ ਪਾਰਟੀ ਦਾ ਕ੍ਰਾਈਟੇਰੀਆ, ਇਹ ਚੰਗੀ ਤਰ੍ਹਾਂ ਯਾਦ ਕਰਕੇ ਜਾਣਾ। ਓਕੇ, ਮੂਵਿੰਗ ਟੂ ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਐਂਡ ਫਾਈਂਡ ਹਾਊ ਮੈਨੀ ਆਫ ਦ ਸਟੇਟਮੈਂਟ ਆਰ ਕਰੈਕਟ ਵਨ। The size of Council of Minister cannot exceed 15% of total Lok Sabha members. And statement is correct here. Important fact है, ਆਪਾਂ parliament ਵੇਲੇ ਵੀ ਕੀਤਾ ਸੀ ਜਾਂ Council of Minister ਵੇਲੇ ਵੀ ਕੀਤਾ ਸੀਗਾ। 91st Amendment 2003 puts a limit on the total strength of Council of Minister including the Prime Minister. So ਲੋਕ ਸਭਾ ਦੇ ਵਿੱਚ 15% ਤੋਂ ਵੱਧ ਮਿਨਿਸਟਰ
नहीं क्रिएट किए जाएंगे। जो काउंसिल ऑफ मिनिस्टर की टोटल स्ट्रेंथ है 15% ऑफ लोक सभा, सेम फॉर्मूला लागू होंगे स्टेट के भी। ਜਿਵੇਂ ਪੰਜਾਬ ਦੇ ਵਿੱਚ 117 ਮੈਂਬਰ ਦੀ ਵਿਧਾਨ ਸਭਾ ਹੈ ਤਾਂ 117 ਦੇ 15% ਤੋਂ ਵੱਧ ਮੰਤਰੀ ਨਹੀਂ ਰੱਖੇ ਜਾ ਸਕਦੇ। ਨਾਓ ਕਮ ਟੂ ਯੂਟੀਜ਼, ਦਿੱਲੀ ਤੇ JNK ਦੇ ਵਿੱਚ ਇਹ ਸ਼ਰਤ 10% ਦੀ ਹੈ। So here it comes, पहला statement correct है। Then a member of parliament if disqualified under 10th schedule shall also be disqualified from any remunerative political post। यार ਇਹ ਤਾਂ ਆਪਾਂ ਯਾਦ ਕਰ ਲੈਂਦੇ ਆ ਅਗਰ ਆਪਾਂ ਐਂਟੀ ਡਿਫੈਕਸ਼ਨ ਲਾਅ ਨੂੰ ਔਰ ਡਿਟੇਲ ਦੇ ਵਿੱਚ ਪੜ੍ਹੀਏ ਕਿ ਜੇ ਐਂਟੀ ਡਿਫੈਕਸ਼ਨ ਲਾਅ ਹੇਠਾਂ ਕੋਈ ਲੈਜਿਸਲੇਟਰ ਡਿਸਕੁਆਲੀਫਾਈ ਹੋ ਗਿਆ ਤਾਂ ਉਹਦੀ ਮਿਨਿਸਟਰ ਦੀ ਪੋਸਟ ਵੀ ਚੱਲ ਜੂਗੀ। ਹੁਣ ਇਹ ਰਿਮੂਨਰੇਟਿਵ ਪੋਸਟ ਕੀ ਹੈ ਤੇ ਟੈਕਨੀਕਲ ਲੈਂਗੁਏਜ ਹੈ ਬਸ। ਆਰਟੀਕਲ 361 B ਦੇ ਵਿੱਚ ਇਹ ਪ੍ਰੋਵੀਜ਼ਨ ਕੀਤੀ ਗਈ ਹੈ ਕਿ 10th ਸ਼ਡਿਊਲ ਮਤਲਬ ਕਿ ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਜੇ ਕੋਈ ਡਿਸਕੁਆਲੀਫਾਈ ਹੋਇਆ ਉਹ ਲੈਜਿਸਲੇਟਰ ਵੀ ਨਹੀਂ ਹੈ और वो पॉलिटिकल पार्टी की किसी रिम्यूनरेटिव पोस्ट पे भी नहीं रह सकता। रिम्यूनरेटिव पोस्ट मतलब कि जिमें कि पहली गल तो मिनिस्टर ही हो गए या और कोई बॉडी क्रिएट करके ओदा चेयरपर्सन उन्होंने ला दिता जाए जिथों उन्होंने सरकारी तनख्वाह आ रही है। तो हुण तक शायद आप याद किया कि एंटी डिफेक्शन लॉ दे विच डिसकुआलीफाई होने वाले रजिस्ट्रेटर नूं मंत्री भी नहीं रहने दिता जाऊगा, एज ए मंत्री भी वो बर्खास्त होगा। हुण अज एक नवा वर्ड की सीखना जे एग्जामिनर ने पूछ लिया कि वह किसी रिम्यूनरेटिव पॉलिटिकल पोस्ट ते भी नहीं रहूगा, ये रेफरेंस मंत्रियों वास्ते ही दिता गया है। देन द प्रेसिडेंट कैन रिमूव अ मिनिस्टर इवन व्हाइल काउंसिल ऑफ मिनिस्टर्स एंजॉय द कॉन्फिडेंस ऑफ लोक सभा। ताकि जे काउंसिल ऑफ मिनिस्टर लोक सभा दे विच कॉन्फिडेंस इंजॉय कर रहे हैं, वो मेजोरिटी मार्क तो थल्ले नहीं आए हैं, ਤਾਂ ਵੀ ਕੀ ਪ੍ਰੈਜ਼ੀਡੈਂਟ ਰਿਮੂਵ ਕਰ ਸਕਦੇ ਨੇ ਕਿਸੇ ਮੰਤਰੀ ਨੂੰ? ਐਨ ਆਨਸਰ ਇਜ਼ ਯੈਸ, ਬਿਕੋਜ਼ ਕਨਸਟੀਟਿਊਸ਼ਨ provision provides that the PM and other council of minister shall hold the post during the pleasure of president। but ਇਹ ਯਾਦ ਰੱਖਣਾ ਇਹ president ਦਾ personal pleasure ਨਹੀਂ ਹੈਗਾ। ਸੋ ਇੱਥੇ ਕਿਤੇ ਵੀ ਡਿਸਕ੍ਰਿਸ਼ਨਰੀ ਪਾਵਰ ਦਾ ਯੂਜ਼ ਨਹੀਂ ਕੀਤਾ ਹੋਇਆ ਕਿ ਪ੍ਰੈਜ਼ੀਡੈਂਟ ਕਰ ਸਕਦੇ ਨੇ ਜੀ, ਹਾਂ ਕਰ ਸਕਦੇ ਨੇ, ਬਟ ਪ੍ਰਾਈਮ ਮਿਨਿਸਟਰ ਦੀ ਐਡਵਾਈਸ ਤੇ ਹੀ ਕਰ ਸਕਦੇ ਨੇ, ਜਿੱਥੇ ਇੰਡੀਵਿਜੂਅਲ ਰਿਸਪੌਂਸਿਬਿਲਿਟੀ ਦਾ ਵੀ ਕਲੌਜ਼ ਆਉਂਦਾ ਹੈ। ਮੈਂ ਕਹਿਣਾ ਇਹ ਚਾਹੁੰਦਾ ਜੇ ਅੱਜ ਕੋਈ ਮੰਤਰੀ ਚੰਗਾ ਪਰਫਾਰਮ ਨਹੀਂ ਕਰ ਰਿਹਾ ਤਾਂ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਨੂੰ ਰਿਕਮੈਂਡ ਕਰਨਗੇ ਇਸ ਮੰਤਰੀ ਨੂੰ ਪੋਸਟ ਤੋਂ ਲਾ ਦਿੱਤਾ ਜਾਵੇ। ਪ੍ਰੈਜ਼ੀਡੈਂਟ ਸਾਹਿਬ ਉਸ ਮੰਤਰੀ ਨੂੰ ਹਟਾ ਸਕਦੇ ਨੇ, ਭਾਵੇਂ ਕਾਉਂਸਲ ਆਫ ਮਿਨਿਸਟਰ ਲੋਕ ਸਭਾ ਦੇ ਵਿੱਚ ਮੈਜੋਰਿਟੀ ਇੰਜੋਏ ਕਰ ਰਹੇ ਨੇ। ਸੋ third statement is also correct. All three is our answer. Now we move to the questions related to the constitutional and extra constitutional bodies. The question goes, with reference to National Commission for Scheduled Caste, consider the following statement and find how many statements are correct. The member and chairperson of the commission are appointed by the president. It submit annual report to the parliament. Then it has the powers of civil court. So under Article 338, National Commission for Scheduled Caste is a constitutional authority to safeguard the constitutional and other rights provided to scheduled caste, and also to investigate in the matters of violation of the rights of scheduled caste community. Now here it comes that members and chairperson appointed by the president. Yes, sir. Like there will be a chairperson, a vice chairperson, 3 members. All are appointed by the president only. And then annual report to the parliament, and answer is no. Yaad rakhna, it submit its report directly to the president and president causes it to be laid down in the parliament. Aapa सावधान रहना words नाल, किथे president authority है, किथे parliament authority है. So second statement is incorrect. And then it has power of a civil court because it can investigate into the matters of violation of the rights of scheduled caste, या फिर किते scheduled caste community ਦੇ ਉੱਤੇ ਕੋਈ atrocity ਹੋਈ ਹੈ, ਸੋ ਉਹਨਾਂ ਮੈਟਰਸ ਦੇ ਵਿੱਚ ਇਨਵੈਸਟੀਗੇਟ ਕਰ ਸਕਦੇ ਨੇ ਜਾਂ ਇਨਕੁਆਇਰ ਕਰ ਸਕਦੇ ਨੇ। ਹੈਂਸ ਸਿਵਲ ਕੋਰਟ ਦੀ ਪਾਵਰ ਵੀ ਇਹਨਾਂ ਕੋਲ ਹੈਗੀ ਹੈ, ਬਟ ਇਹ ਜਜਮੈਂਟ ਪ੍ਰੋਨਾਉਂਸ ਨਹੀਂ ਕਰ ਸਕਦੇ, ਗਵਰਨਮੈਂਟ ਨੂੰ ਰਿਕਮੈਂਡ ਕਰਨਗੇ ਕਿ ਸਟੈਪ ਲੈਣੇ ਚਾਹੀਦੇ ਨੇ। ਸੋ ਹੇਅਰ ਆਨਸਰ ਇਜ਼ ਬੀ, only 2 statements are correct. Next, consider the following statements regarding the measures that can be taken by the National Commission for Scheduled Tribe. So under Article 338A, by
89th amendment in 2003 338A ਰਾਹੀਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬ ਐਸਟੈਬਲਿਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਕਾਸਟ ਜੋ ਕੰਮ ਸ਼ਡਿਊਲਡ ਕਾਸਟ ਕਮਿਊਨਿਟੀ ਦੇ ਲਈ ਕਰਦਾ ਸੀ ਉਹੀ ਸ਼ਡਿਊਲਡ ਟ੍ਰਾਈਬ ਕਮਿਊਨਿਟੀ ਲਈ ਵੀ ਕਰਦਾ ਸੀਗਾ। ਅਟਲ ਸਾਹਿਬ ਦੀ ਸਰਕਾਰ ਵੇਲੇ ਸੋਚਿਆ ਗਿਆ ਕਿ ਨਹੀਂ ਬਈ ਸ਼ਡਿਊਲਡ ਟ੍ਰਾਈਬ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਸੈਪਰੇਟ ਕਮਿਸ਼ਨ ਹੋਣਾ ਚਾਹੀਦਾ। ਸੋ 338A ਆਰਟੀਕਲ 89th ਅਮੈਂਡਮੈਂਟ ਰਾਹੀਂ ਆਪਾਂ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬ ਐਸਟੈਬਲਿਸ਼ ਕਰ ਦਿੱਤਾ। ਹੁਣ ਇਹਦੀ ਪਾਵਰਸ ਐਂਡ ਫੰਕਸ਼ਨਸ ਕੀ ਨੇ? ਪ੍ਰੀਵੈਂਸ਼ਨ ਆਫ ਐਲੀਨੇਸ਼ਨ ਆਫ ਟ੍ਰਾਈਬਲ ਪੀਪਲ ਫਰੋਮ देयर लैंड। सो डायरेक्टली ऑर्डर नहीं पास कर सकते बट इस चीज ਨੂੰ ਸੇਫਗਾਰਡ ਕਰਨਗੇ, ਗਵਰਨਮੈਂਟ ਨੂੰ ਰਿਕਮੈਂਡ ਕਰਨਗੇ। देन रिडक्शन ऑफ द प्रैक्टिस ऑफ शिफ्टिंग कल्टीवेशन। देखिए शिफ्टिंग कल्टीवेशन जो ट्राइबल ਦੇ ਵਿੱਚ ਕਾਫੀ ਫੇਮਸ ਹੋਇਆ ਕਰਦੀ ਸੀ, ਹੁਣ ਵੀ ਕਈ ਜਗ੍ਹਾ ਪ੍ਰੈਕਟਿਸ ਕੀਤੀ ਜਾਂਦੀ ਹੈ, ਜਿਹਨੂੰ ਨਾਰਥ ਈਸਟ ਦੇ ਵਿੱਚ ਝੂਮ ਕਲਟੀਵੇਸ਼ਨ ਵੀ ਕਹਿ ਦਿੰਦੇ ਆ ਕਿ ਇੱਕ ਪੀਸ ਆਫ ਲੈਂਡ ਤੇ ਸਰਟਨ ਟਾਈਮ ਇੱਕ ਸੀਜ਼ਨ ਵਾਸਤੇ ਖੇਤੀ ਕੀਤੀ, ਫਿਰ ਉਹਨੂੰ ਬੈਰਨ ਛੱਡ ਕੇ ਅੱਗੇ ਜਾ ਕੇ ਕਿਤੇ ਖੇਤੀ ਕਰ ਲਈ। ਇਨਵਾਇਰਮੈਂਟਲ ਡਿਗਰੇਡੇਸ਼ਨ ਨਾਲ ਜੁੜੀ ਹੋਈ ਪ੍ਰੈਕਟਿਸ ਹੈ। ਯੈਸ ਸਰ, ਇਸ ਨੂੰ ਵੀ ਰਿਡਿਊਸ ਕਰਨ ਵਾਸਤੇ ਇਹ ਕੰਮ ਕਰਦੀ ਹੈ, ਪ੍ਰਮੋਟ ਨਹੀਂ ਰਿਡਿਊਸ। ਦੈਨ implementation of the provisions of panchayats, extension to the scheduled area act 1996। ਆਰਟੀਕਲ 243M ਰਾਹੀਂ 73rd ਅਮੈਂਡਮੈਂਟ ਦੇ ਪੰਚਾਇਤੀ ਰਾਜ ਨੂੰ ਸ਼ਡਿਊਲਡ ਏਰੀਆਜ਼ ਦੇ ਵਿੱਚ ਇੰਪਲੀਮੈਂਟ ਨਹੀਂ ਸੀ ਕੀਤਾ ਗਿਆ। ਤਾਂ ਸ਼ਡਿਊਲ 5 ਹੇਠਾਂ ਜਿਹੜੇ ਵੀ ਰਾਜਾਂ ਦੇ ਵਿੱਚ ਕਿਤੇ ਸ਼ਡਿਊਲਡ ਏਰੀਆ ਹੈ ਉੱਥੇ ਪੰਚਾਇਤੀ ਰਾਜ ਨੂੰ ਸਟੈਬਲਿਸ਼ ਕਰਨ ਵਾਸਤੇ, ਔਰ ਉਹ ਵੀ ਕਿਹੜਾ ਟ੍ਰਾਈਬਲ ਕਲਚਰ ਟ੍ਰੈਡੀਸ਼ਨਸ ਦੇ ਅਕੋਰਡਿੰਗ, ਆਪਾਂ 1996 ਦੇ ਵਿੱਚ ਪੇਸਾ ਐਕਟ ਪਾਸ ਕੀਤਾ। ਤਾਂ ਫਿਰ ਨੈਸ਼ਨਲ ਕਮਿਸ਼ਨ ਫॉर ਸ਼ਡਿਊਲਡ ਟ੍ਰਾਈਬ ਇਨਸ਼ੋਰ ਕਰਦਾ ਹੈ ਕਿ ਇਹਦੀ ਪ੍ਰੋਵੀਜ਼ਨ ਨੂੰ ਪ੍ਰੋਪਰ ਉੱਥੇ ਇੰਪਲੀਮੈਂਟ ਕੀਤਾ ਜਾ ਸਕੇ। ਸੋ ਆਲ 3 ਸਟੇਟਮੈਂਟਸ ਆਰ ਕਰੈਕਟ here. Coming to consider the following statement with respect to the National Commission for Protection of Child Rights. So here it comes that it is a statutory body constituted under the Child Labor Prohibition and Regulation Act 1986. बड़ी लिक्विडेटरी लग रही है कि नैशनल कमीशन फॉर प्रोटेक्शन ऑफ चाइल्ड राइट। हाँ भी बच्चों का हक जे प्रोटेक्ट करने हैं तो चाइल्ड लेबर प्रोहिबिशन एंड रेगुलेशन एक्ट राही आया हुआ 1986 ਦੇ ਵਿੱਚ। एन आंसर इज नो। ਆਰਟੀਕਲ 24 ਹੇਠਾਂ ਫੰਡਾਮੈਂਟਲ ਰਾਈਟ ਦੇ ਵਿੱਚ ਚਾਈਲਡ ਲੇਬਰ ਨੂੰ ਪ੍ਰੋਹਿਬਿਟ ਕੀਤਾ ਗਿਆ। ਉਹਨੂੰ ਇੰਪਲੀਮੈਂਟ ਕਰਨ ਵਾਸਤੇ 1986 ਦੇ ਵਿੱਚ ਐਕਟ ਆਇਆ ਸੀ, ਲੇਕਿਨ ਇਹ ਚਾਈਲਡ ਲੇਬਰ ਨੂੰ ਪ੍ਰੋਹਿਬਿਟ ਤੇ ਰੈਗੂਲੇਟ ਕਰਦਾ। ਜਿਹੜਾ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਹੈ, ਸੋ ਕਮਿਸ਼ਨ ਫॉर ਚਾਈਲਡ ਰਾਈਟ ਐਕਟ 2005 ਰਾਹੀਂ ਇੱਕ ਸੈਪਰੇਟ ਐਕਟ ਰਾਹੀਂ ਇਹਨੂੰ ਐਸਟੈਬਲਿਸ਼ ਕੀਤਾ ਗਿਆ। ਫਰਸਟ ਸਟੇਟਮੈਂਟ ਇਜ਼ ਇਨਕਰੈਕਟ। then it has been designated as the agency to monitor provision of the right to free and compulsory education। so ਕੀ ਇਹ particular body ਜੋ ਬੱਚਿਆਂ ਦੇ overall rights ਨੂੰ protect ਕਰਨ ਦਾ ਕੰਮ ਕਰਦੀ ਹੈ, ਕਿ right to education ਜਿਹੜੀ free ਤੇ compulsory ਹੈ, ਕਿ ਉਹਨੂੰ ਵੀ implement ਤੇ safeguard ਕਰਨ ਦਾ ਕੰਮ ਕਰਦੀ ਹੈ। now this is the correct statement। one of the mandate of NCPCR is to implement the free and compulsory education in the country। so here only 2 is our answer because correct is being asked। देख लेना चाहिए था भी correct पूछा है कि incorrect पूछा है। okay, next consider the following statement regarding the National Human Rights Commission NHRC and here find incorrect statement as your answer। how many statements are incorrect? it was formed under the aegis of UN Human Rights Council। ਅਗੇਨ ਇੱਦਾਂ ਦੀਆਂ ਪਾ ਦਿੰਦੇ ਨੇ ਸਟੇਟਮੈਂਟਸ ਜਿੱਥੇ ਸਿਮਿਲਰ ਵਰਡ ਨੇ ਤੇ ਆਪਾਂ ਨੂੰ ਕਾਮਨ ਸੈਂਸ ਲੱਗਦਾ ਹੈ ਕਿ ਹਾਂ ਯਾਰ ਸ਼ਾਇਦ ਹੋਇਆ ਹੋਊਗਾ। ਬਟ ਜਿਹੜਾ ਸਾਡਾ NHRC ਇਟ ਇਜ਼ ਨਾਟ ਐਨ ਏਜੰਸੀ ਆਫ UN। ਇਹ ਤਾਂ ਸਾਡੀ ਆਪਣੀ ਇੱਕ ਇੰਡੀਪੈਂਡੈਂਟ ਏਜੰਸੀ ਹੈ, ਸਟੈਟਿਊਟਰੀ ਏਜੰਸੀ ਹੈ। ਤਾਂ ਯਾਦ ਰੱਖਣਾ NHRC ਐਕਟ 1993 ਰਾਹੀਂ NHRC ਸਟੈਬਲਿਸ਼ ਕੀਤਾ ਗਿਆ ਹੈ, UN ਦੇ ਏਜੀਸ ਦੇ ਵਿੱਚ ਨਹੀਂ ਕੀਤਾ ਗਿਆ। It can visit jails and detention center, the powers and function part। तो यस देखो नेशनल ह्यूमन राइट कमीशन का काम है ह्यूमन राइट्स ਨੂੰ ਪ੍ਰੋਟੈਕਟ ਕਰਨਾ। so even jails ਤੇ detention center where human rights can be violated, vulnerability is high because authorities are having more and more power there। so NHRC ਨੂੰ ਸਪੈਸ਼ਲ ਪਾਵਰ ਤੇ ਫੰਕਸ਼ਨ ਦਿੱਤਾ ਹੋਇਆ, ਤੁਸੀਂ ਰੈਗੂਲਰਲੀ ਜੇਲ ਤੇ ਡਿਟੈਂਸ਼ਨ ਸੈਂਟਰ ਵਿਜ਼ਿਟ ਕਰਨੇ ਇਹ ਇਨਸ਼ੋਰ ਕਰਨ ਵਾਸਤੇ ਕਿ ਉੱਥੇ ਜਿਹੜੇ ਪ੍ਰਿਜ਼ਨਰ ਨੇ, ਕੈਦੀ ਨੇ, ਉਹਨਾਂ ਦੇ ਹਿਊਮਨ ਰਾਈਟ ਵਾਇਲੇਟ ਨਹੀਂ ਹੋਣਾ, ਉਹਨਾਂ ਨੂੰ ਵੀ ਹਿਊਮੇਨ ਟ੍ਰੀਟਮੈਂਟ ਦੇਣਾ। ਆਪਾਂ ਜਾਨਵਰਾਂ ਵਾਂਗੂ ਟ੍ਰੀਟ ਨਹੀਂ ਕਰ ਸਕਦੇ। ਈਵਨ ਅ ਡੈਥ ਰੋ ਕਨਵਿਕਟ is having right to dignified life in jail with restriction of course
until he or she is not executed ਉਹਨੂੰ ਵੀ ਆਪਾਂ ਜਾਨਵਰਾਂ ਵਾਂਗ ਨਹੀਂ ਰੱਖਣਾ ਤਾਂ NHRC ਕੋਲ ਇਹ ਪਾਵਰ ਹੈ then it can only look into a matter of human right violation within 1 year of its occurrence the time limit ਜਿਹੜਾ ਇੱਕ ਵੱਡਾ ਕ੍ਰਿਟਿਸਿਜ਼ਮ ਵੀ ਹੈ NHRC ਦੀ ਪਾਵਰ ਦੇ ਉੱਤੇ ਤਾਂ NHRC ਜੇ ਕਿਸੇ ਕੇਸ ਨੂੰ ਟੇਕ ਅਪ ਕਰਦਾ ਇਨਵੈਸਟੀਗੇਸ਼ਨ ਵਾਸਤੇ ਤਾਂ ਇਹਦੇ ਕੋਲ ਵੀ ਸਿਵਲ ਕੋਰਟ ਵਾਲੀ ਪਾਵਰ ਹੈ ਤਾਂ ਕਿਤੇ ਹਿਊਮਨ ਰਾਈਟ ਵਾਇਲੇਸ਼ਨ ਦਾ ਕੇਸ ਹੋਇਆ ਉਹਨੂੰ ਇਨਕੁਆਇਰ ਕਰ ਸਕਦਾਗਾ ਲੇਕਿਨ ਇਹ ਸਿਰਫ ਉਸੇ ਮੈਟਰ ਨੂੰ ਇਨਕੁਆਇਰ ਕਰੂਗਾ ਟੇਕ ਅਪ ਕਰੂਗਾ ਜਿਹੜਾ ਪਿਛਲੇ 1 ਸਾਲ ਦੇ ਵਿੱਚ ਹੋਇਆ ਹੋਵੇ 1 ਸਾਲ ਦੇ ਤੋਂ ਪੁਰਾਣੇ ਕੇਸ ਨੂੰ ਇਹ ਇਨਕੁਆਇਰ ਨਹੀਂ ਕਰ ਸਕਦਾ ਟਾਈਮ ਬਾਰਡ ਹੈ ਟਾਈਮ ਲਿਮਿਟੇਸ਼ਨ ਇਹਨਾਂ ਦੇ ਉੱਤੇ ਸੋ ਹੇਅਰ only okay incorrect is being asked please remember incorrect is being asked so it comes with only one statement is incorrect chaliye consider following statement regarding Niti Aayog and find correct statement as your answer it is established as an extra constitutional but statutory body in 2015 ballot entry wrong statement as to pehla edi tha hunda siga planning commission The Planning Commission was established during Nehru era as an extra constitutional, extra statutory, but executive authority cabinet resolution लाई establish ਕੀਤਾ ਗਿਆ ਸੀਗਾ ਉਹਨੂੰ ਰਿਪਲੇਸ ਕਰਕੇ 2015 ਦੇ ਵਿੱਚ ਨੀਤੀ ਆਯੋਗ ਆਇਆ ਤੇ ਨੀਤੀ ਆਯੋਗ ਵਾਸਤੇ ਵੀ ਨਾ ਤਾਂ ਕੋਈ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਹੈ ਨਾ ਹੀ ਕੋਈ ਸੈਪਰੇਟ ਐਕਟ ਪਾਸ ਕੀਤਾ ਤਾਂ ਇਹ ਇੱਕ ਐਕਸਟਰਾ ਕਨਸਟੀਟਿਊਸ਼ਨਲ ਐਕਸਟਰਾ ਸਟੈਟਿਊਟਰੀ ਐਗਜ਼ੀਕਿਊਟਿਵ ਅਥਾਰਟੀ ਵਜੋਂ establish ਕੀਤਾ ਗਿਆ then one of its objective is to foster cooperative federalism through structured support initiative and mechanism ਜੇ ਆਪਾਂ ਨੀਤੀ ਆਯੋਗ ਦਾ ਕਨਸਟੀਟਿਊਸ਼ਨ ਚੱਕ ਕੇ ਪੜ੍ਹੀਏ ਤਾਂ ਪਹਿਲੀ 2 ਲਾਈਨਾਂ ਦੇ ਵਿੱਚ ਹੀ ਆ ਜਾਊਗਾ ਕੋਆਪਰੇਟਿਵ ਫੈਡਰਲਿਜ਼ਮ ਸੈਂਟਰ ਤੇ ਸਟੇਟਸ ਆਪਸ 'ਚ ਹੋਰ ਬਿਹਤਰ ਕੋਆਪਰੇਸ਼ਨ ਨਾਲ ਚੱਲ ਸਕਣ ਇਹਦੇ ਵਾਸਤੇ ਵੀ ਨੀਤੀ ਆਯੋਗ ਕੰਮ ਕਰੂਗਾ then it draws its membership from a wider expertise yes sir ਕਿਉਂਕਿ from the यूनियन मिनिस्टर जिवें ਇਹਦੇ ਚੇਅਰਪਰਸਨ ਹੀ ਐਕਸ ਆਫੀਸ਼ੀਓ ਪ੍ਰਾਈਮ ਮਿਨਿਸਟਰ ਨੇ ਫਿਰ ਇਸ ਤੋਂ ਇਲਾਵਾ ਯੂਨੀਅਨ ਮਿਨਿਸਟਰ ਵੀ ਹੋਣਗੇ ਫਿਰ ਸਟੇਟ ਦੇ ਸੀਐਮ ਵੀ ਹੋਣਗੇ ਫਿਰ ਇੱਕ ਫੁੱਲ ਟਾਈਮ ਫੰਕਸ਼ਨਲ ਅਥਾਰਟੀ ਹੈ ਜਿਹਦੇ ਚ ਵਾਈਸ ਚੇਅਰਪਰਸਨ ਹੋਣਗੇ ਸੀਈਓ ਸਾਹਿਬ ਹੋਣਗੇ ਔਰ ਡੋਮੇਨ ਐਕਸਪਰਟ ਹੋਣਗੇ ਕਿ ਕੋਈ ਇਕਨੋਮੀ ਦਾ ਐਕਸਪਰਟ ਹੈ ਕੋਈ ਐਡਮਿਨਿਸਟ੍ਰੇਸ਼ਨ ਦਾ ਐਕਸਪਰਟ ਹੈ ਕੋਈ ਇਨਫਰਾ ਦਾ ਐਕਸਪਰਟ ਹੈ ਉਹਨਾਂ ਨੂੰ ਵੀ ਬੁਲਾ ਕੇ ਇਹ ਕੰਮ ਕਰ ਸਕਦੇ ਨੇ ਸੋ ਵਾਈਡਰ ਐਕਸਪਰਟੀਜ਼ ਦੇ ਵਿੱਚੋਂ ਮੈਂਬਰ ਡਰਾ ਕੀਤੇ ਜਾਂਦੇ ਨੇ ਸੋ ਇਟ ਕਮਸ ਦੈਟ 2 and 3 as our answer. Coming to consider the following statements regarding the Lokpal established under Lokpal and Lokayukt Act 2013. Lokpal हालांकि function नहीं कर पा रहा but still exam relevant topic है. UPSC ਜਿਹੜਾ recent paper ਹੋਇਆ civil service ਦਾ ਉਹਦੇ ਚ ਲੋਕਪਾਲ ਨੂੰ ਲੈ ਕੇ question ਪੁੱਛ ਚੁੱਕੀ ਹੈ. So it comes to the Lokpal consists of chairperson and up to 8 members with at least 50% members being judicial members. So I believe you have prepared Lokpal well. So 9 member ਦੀ total body ਹੈ ਇੱਕ chairperson ਹੋਣਗੇ ਇਸ ਤੋਂ ਇਲਾਵਾ 4 judicial 4 non judicial member ਹੋਣਗੇ ਤਾਂ statement is correct ਬਈ at least 50% ਇਹਦੇ ਜਿਹੜੇ ਮੈਂਬਰ ਨੇ ਉਹ judicial member ਹੋਣਗੇ ਤੇ 4 non judicial member ਜਿਨ੍ਹਾਂ ਦੀ ਇੰਪੈਕੇਬਲ ਇੰਟੀਗ੍ਰਿਟੀ ਹੈ ਤੇ 25 ਸਾਲ ਦਾ ਐਕਸਪੀਰੀਅੰਸ ਹੈ ਟੂ ਫਾਈਟ ਅਗੇਂਸਟ ਕਰਪਸ਼ਨ ਉਹ ਨਾਨ ਜੁਡੀਸ਼ੀਅਲ ਮੈਂਬਰ ਹੋ ਸਕਦੇ ਨੇ ਫਰਦਰ at least 50% of total members must belong to scheduled caste, scheduled tribe, other backward classes, minority and women ਕਿ overall 50% ਤੇ ਇਹ ਵੀ ਸ਼ਰਤ ਹੈ ਚਲੋ ਨਾਨ ਜੁਡੀਸ਼ੀਅਲ ਤਾਂ ਹੋ ਗਿਆ ਤੁਹਾਡਾ ਫੰਕਸ਼ਨਲ ਐਸਪੈਕਟ क्या vulnerable section of society ਦੀ ਵੀ 50% ਇੱਥੇ ਰਿਜ਼ਰਵੇਸ਼ਨ ਹੈ ਐਨ ਆਨਸਰ ਇਜ਼ ਕਰੈਕਟ तो overall 50% ਜਿਹੜੇ ਹੋਣਗੇ ਉਹ belonging to scheduled caste, scheduled tribe, backward classes या फिर minority or women तो लेते जाएंगे. Then it comes to the Lokpal has jurisdiction over Prime Minister on all corruption allegations without any exception. The key word here is without any exception. ਤਾਂ ਜਦੋਂ ਲੋਕਪਾਲ ਐਕਟ ਫਾਰਮੂਲੇਟ ਹੋ ਰਿਹਾ ਸੀ ਤਾਂ ਕਾਫੀ ਡਿਬੇਟ ਸੀਗੀ ਕਿ ਪ੍ਰਾਈਮ ਮਿਨਿਸਟਰ ਨੂੰ ਇਹਦੀ ਜੁਰਿਸਡਿਕਸ਼ਨ ਦੇ ਵਿੱਚ ਰੱਖਿਆ ਜਾਵੇ ਜਾਂ ਨਾ ਰੱਖਿਆ ਜਾਵੇ ਫਾਈਨਲੀ ਇਹ ਵਿਚਾਰ ਆਇਆ ਕਿ ਜਦੋਂ ਬਹੁਤ ਸਾਰੇ ਕਰਪਸ਼ਨ ਕੇਸਿਸ ਦੇ ਵਿੱਚ ਪ੍ਰਾਈਮ ਮਿਨਿਸਟਰ ਦਾ ਨਾਮ ਸਿੱਧੇ ਤੌਰ ਤੇ ਲੱਤਾ ਜਾਂਦਾ ਹੈ ਕਿਤੇ ਉਹ ਹੋ ਸਕਦਾ ਹੈ ਬੋਫੋਰਸ ਸਕੈਂਡਲ ਹੋਇਆ ਹੋਵੇ ਜਾਂ ਫਿਰ ਕੋਲ ਬਲੌਕ ਸਕੈਮ ਵੇਲੇ ਤਾਂ ਸਿੱਧਾ ਮਨਮੋਹਨ ਸਿੰਘ ਸਾਹਿਬ ਤੱਕ ਦਾ ਨਾਮ ਉਛਾਲਿਆ ਗਿਆ ਸੀ ਪ੍ਰੂਵ ਕੁਝ ਨਹੀਂ ਹੋਇਆ ਬਟ ਐਵੇਂ ਦੀ ਵਿਵਸਥਾ ਜਿੱਥੇ ਪੀਐਮ ਖੁਦ ਇਨਵੋਲਵ ਹੋ ਰਹੇ ਹੋਣ ਐਵੇਂ ਦੇ ਐਲੀਗੇਸ਼ਨਸ ਹੋਣ ਪੀਐਮ ਨੂੰ ਇੱਥੇ ਰੱਖ ਲਿੱਤਾ ਗਿਆ ਬਟ ਵਿਦ ਹੈਵੀ ਕੈਵੀਏਟਸ
तो विदाउट एनी एक्सेप्शन नहीं है। जिमें डिपार्टमेंट ऑफ स्पेस, सिक्योरिटी, ਇੰਟਰਨੈਸ਼ਨਲ ਰਿਲੇਸ਼ਨਸ, ਇਹਨਾਂ ਸਾਰੇ ਮੈਟਰਸ ਦੇ ਵਿੱਚ ਜੇ ਕਰਪਸ਼ਨ ਦੇ ਐਲੀਗੇਸ਼ਨ ਹੈ, ਫਿਰ ਪ੍ਰਾਈਮ ਮਿਨਿਸਟਰ ਦੇ ਖਿਲਾਫ ਲੋਕਪਾਲ ਜੂਰਿਸਡਿਕਸ਼ਨ ਨਹੀਂ ਰੱਖਦਾ। ਤਾਂ ਯਾਦ ਰੱਖਣਾ, ਪੀਐਮ ਇਜ਼ ਇਨਕਲੂਡਡ ਇਨ ਦ ਜੂਰਿਸਡਿਕਸ਼ਨ ਆਫ ਲੋਕਪਾਲ ਬਟ ਵਿਦ ਹੈਵੀ caveats, heavy exceptions. Further, the chairperson and members of the Lokpal are appointed by the President of India based on the recommendation of a selection committee headed by Prime Minister. So, मैं उम्मीद करता हूँ लोकपाल तुसी चंगी तरह पढ़ना है, क्योंकि सिलेक्शन प्रोसीजर लंबा चौड़ा है। एक सर्च कमेटी होगी, सर्च कमेटी सिलेक्शन कमेटी ਨੂੰ जो है अगे रिकमेंड करूगी। तो याद रखना ਜਿਹੜੀ सिलेक्शन कमेटी है ਉਹਦੇ चेयरपर्सन पीएम साहब ही होंगे। सो आंसर इज करेक्ट है, हालांकि ਉਹਦੇ 'ਚ काफी लोग शामिल हैं। सो हियर that how many statements are incorrect? Only one statement is incorrect, ਜਿੱਥੇ ਕਿਹਾ ਗਿਆ ਸੀਗਾ ਪ੍ਰਾਈਮ ਮਿਨਿਸਟਰ ਵਿਦਆਊਟ ਐਨੀ ਐਕਸੈਪਸ਼ਨ ਲੋਕਪਾਲ ਦੀ ਜੂਰਿਸਡਿਕਸ਼ਨ ਦੇ ਵਿੱਚ ਨੇ। Further, consider the following statement regarding the National Investigating Agency of India and find how many statements are incorrect. The NIA was established under NIA Act 2008 in response to 26/11 Mumbai terror attack. So basically ਬਹੁਤ ਸਾਰੇ ਲੋਕਾਂ ਦਾ ਵਿਚਾਰ ਵੀ ਹੈ ਕਿ NIA ਵਰਗੀ ਏਜੰਸੀ ਕਦੇ ਨਾ ਆਉਂਦੀ ਇੰਡੀਆ 'ਚ, ਕਿਉਂਕਿ ਸਟੇਟਸ ਇਹਦੇ ਵਾਸਤੇ ਰਾਜ਼ੀ ਨਹੀਂ ਸੀ ਹੋਣੇ ਜੇ 26/11 ਜਿਹਨੂੰ ਆਪਾਂ ਮੁੰਬਈ ਅਟੈਕ ਕਹਿ ਦਿੰਦੇ ਆ ਉਹ ਨਾ ਹੋਇਆ ਹੁੰਦਾ ਤਾਂ। तो ਟੈਰਰਿਜ਼ਮ ਤੋਂ ਡੀਲ ਕਰਨ ਵਾਸਤੇ ਇੱਕ ਸੈਂਟਰਲਾਈਜ਼ਡ ਏਜੰਸੀ ਸਪੈਸ਼ਲੀ ਆਪਾਂ ਕਾਰਵ ਆਊਟ ਕੀਤੀ, ਜਿਹਦੇ ਕੋਲ ਪੁਲਿਸ ਲਾਈਕ ਪਾਵਰਸ ਨੇ ਟੂ ਇਨਵੈਸਟੀਗੇਟ ਐਨੀ ਟੈਰਰ ਮੋਡਿਊਲ ਔਰ ਟੈਰਰ ਕੇਸ। ਸੋ ਯਸ, 26/11 ਦੇ ਰਿਸਪੌਂਸ ਦੇ ਵਿੱਚ ਆਪਾਂ NIA ਐਕਟ ਰਾਹੀਂ ਇੱਕ ਸਟੈਟਿਊਟਰੀ ਏਜੰਸੀ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਐਸਟੈਬਲਿਸ਼ ਕੀਤੀ। The NIA officers have same powers as the state police officers throughout India for investigating scheduled offense under NIA Act. So NIA Act ਦੇ ਵਿੱਚ ਬਹੁਤ ਸਾਰੇ scheduled offense ਨੇ, ਬਹੁਤ ਸਾਰੇ ਐਕਟ ਰੱਖੇ ਗਏ ਨੇ ਕਿ ਇਹਨਾਂ ਐਕਟਸ ਦੇ ਵਿੱਚ ਇਨਵੈਸਟੀਗੇਟ ਕਰਨ ਦੀ ਪਾਵਰ ਹੋਊਗੀ NIA ਕੋਲ, ਜਿਹਦੇ ਵਿੱਚ ਐਂਟੀ ਟੈਰਰ ਲਾਜ਼ ਵੀ ਨੇ ਤੇ ਨਾਲ ਹੀ ਐਂਟੀ ਹਾਈਜੈਕਿੰਗ, ਐਂਟੀ ਬੰਬਾਰਡਿੰਗ, ਇਸ ਤਰ੍ਹਾਂ ਦੇ ਲਾਜ਼ ਨੂੰ ਰੱਖਿਆ ਗਿਆ ਹੈ। ਔਰ ਪੁਲਿਸ ਲਈ ਇਹੀ ਬੋਨ ਆਫ ਕੰਟੈਂਸ਼ਨ ਸੀਗਾ ਬਈ ਸਟੇਟ ਦੇ ਵਿੱਚ ਕ੍ਰਾਈਮ ਦੀ ਇਨਵੈਸਟੀਗੇਸ਼ਨ ਵਾਸਤੇ ਪੁਲਿਸ ਬੈਠੀ ਹੈ। ਜੇ NIA ਕੋਲ ਇੱਕ ਸੈਂਟਰਲਾਈਜ਼ਡ ਅਥਾਰਟੀ ਕੋਲੇ ਆ ਗਈ ਤਾਂ ਸਟੇਟ ਦੀ ਅਥਾਰਟੀ ਕੰਪਰੋਮਾਈਜ਼ ਹੋ ਸਕਦੀ ਹੈ। ਬਟ ਤਾਂ ਹੀ IPC ਦੇ ਵਿੱਚ ਜੂਰਿਸਡਿਕਸ਼ਨ ਜਾਂ BNS ਜੂਰਿਸਡਿਕਸ਼ਨ ਨਾ ਦੇ ਕੇ ਸ਼ਡਿਊਲਡ ਆਫੈਂਸ ਬਣਾਏ ਗਏ ਕਿ ਇਹਨਾਂ ਐਕਟਸ ਦੇ ਵਿੱਚ ਜਾਂਚ NIA ਕਰ ਸਕਦਾ ਹੈ। ਸੋ ਸਟੇਟਮੈਂਟ ਇਜ਼ ਕਰੈਕਟ। ਥਰਡ, the jurisdiction of NIA is limited only to the crimes committed within the territorial boundaries of India. ਇਹ ਬਹੁਤ ਚੰਗੀ ਤਰ੍ਹਾਂ ਯਾਦ ਰੱਖਣਾ, ਜੋ ਕਿ ਗਲਤ ਸਟੇਟਮੈਂਟ ਹੈ। NIA ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਗਈ 2019 ਦੇ ਵਿੱਚ, ਤੇ ਇਸ ਅਮੈਂਡਮੈਂਟ ਰਾਹੀਂ NIA ਨੂੰ ਐਕਸਟਰਾ ਟੈਰੀਟੋਰੀਅਲ ਜੂਰਿਸਡਿਕਸ਼ਨ ਵੀ ਦਿੱਤੀ ਗਈ ਹੈ, obviously subject to international treaty and international law। ਤਾਂ ਕੋਈ ਟੈਰਰ ਘਟਨਾ ਜੋ ਹਿੰਦੁਸਤਾਨ ਦੀ ਟੈਰੀਟੋਰੀਅਲ ਬਾਉਂਡਰੀ 'ਚ ਹੋ ਰਹੀ ਹੈ ਲੇਕਿਨ ਉਹਦੇ ਤਾਰ ਬਾਹਰ ਜੁੜ ਰਹੇ ਨੇ, ਉਹਨੂੰ ਵੀ NIA ਇਨਵੈਸਟੀਗੇਟ ਕਰ ਸਕਦਾ। ਆਪਾਂ ਯਾਦ ਰੱਖਣਾ ਐਕਸਟਰਾ ਟੈਰੀਟੋਰੀਅਲ ਜੂਰਿਸਡਿਕਸ਼ਨ ਵੀ ਹੈਗੀ ਹੈ NIA ਕੋਲ। ਸੋ ਸਟੇਟਮੈਂਟ ਇਜ਼ ਨਾਟ ਕਰੈਕਟ। Fourth, the Director General of NIA is appointed by the central government and exercise powers similar to a Director General of Police in a state. So statement is correct। NIA is headed by the Director General, ਜਿਵੇਂ ਕਿ ਸਟੇਟ ਪੁਲਿਸ ਦੇ ਵਿੱਚ ਵੀ ਹੁੰਦਾ, ਤੇ ਨਾਲ ਹੀ ਇਹ ਵੀ ਸੀਨੀਅਰ IPS ਹੁੰਦੇ ਨੇ ਜਿਨ੍ਹਾਂ ਨੂੰ ਡੈਪੂਟੇਸ਼ਨ ਤੇ ਸੈਂਟਰ ਵਾਸਤੇ ਸਰਵ ਕਰਨ ਦਾ ਚਾਂਸ ਮਿਲਦਾ। ਸੋ ਦਿਸ ਸਟੇਟਮੈਂਟ ਇਜ਼ ਆਲਸੋ ਕਰੈਕਟ। ਹੇਅਰ ਵੀ ਹੈਵ ਟੂ ਫਾਈਂਡ ਇਨਕਰੈਕਟ। ਓਨਲੀ ਵਨ ਸਟੇਟਮੈਂਟ ਇਜ਼ incorrect. Then consider the following statement regarding the Enforcement Directorate of India and find correct statement as your answer. ED again, very important authority, ਕਿਉਂਕਿ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹੀ ਹੈ। ਸੁਪਰੀਮ ਕੋਰਟ ਲਗਾਤਾਰ ਇਹਦੇ ਉੱਤੇ ਡਿਫਰੈਂਟ ਜਜਮੈਂਟ ਦਿੰਦਾ ਰਿਹਾ ਹੈ। ਪਿੱਛੇ ਜੇ ਰਿਪੋਰਟ ਵੀ ਆਈ ਸੀਗੀ ਕਿ 5982 ਕੇਸ ਦਰਜ ਕੀਤੇ ਨੇ ਪਿਛਲੇ 10 ਸਾਲਾਂ ਦੇ ਦੌਰਾਨ, ਤੇ ਸਿਰਫ 15 ਕੇਸਾਂ ਦੇ ਵਿੱਚ ਸਜ਼ਾ ਹੋਈ ਹੈ। ਵੈਰੀ ਮਿਨੀਮਲ ਕਨਵਿਕਸ਼ਨ ਰੇਟ। ਸੋ ਮਲਟੀਪਲ ਰੀਜ਼ਨਸ ਕਰਕੇ ED ਚਰਚਾ ਦੇ ਵਿੱਚ ਹੈ। ਪ੍ਰੋਬੇਬਲ ਕੁਐਸਚਨ ਇਸ ਤੇ ਬਣਦਾ ਹੈ। ਆਪਾਂ ED ਅਥਾਰਟੀ ਨੂੰ ਚੰਗੀ ਤਰ੍ਹਾਂ ਪ੍ਰਪੇਅਰ ਕਰਨਾ। ਫਿਲਹਾਲ ਇਹ ਕੁਐਸਚਨ ਰਾਹੀਂ ਪ੍ਰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। The ED is responsible for enforcing the Prevention of Money Laundering Act,
ਫੋਰਨ ਐਕਸਚੇਂਜ ਮੈਨੇਜ ਐਕਟ ਐਂਡ ਫਿਊਜੀਟਿਵ ਇਕਨੋਮਿਕ ਅਫੈਂਡਰਸ ਐਕਟ। ਹੁਣ ਆਪਾਂ ਨਿਊਜ਼ਪੇਪਰ ਦੇ ਵਿੱਚ ਜ਼ਿਆਦਾਤਰ ਈਡੀ ਨੂੰ ਪੜ੍ਹਦੇ ਹਾਂ ਪੀਐਮਐਲਏ ਰਿਗਾਰਡਿੰਗ, ਜਿੱਥੇ ਮਨੀ ਲਾਂਡਰਿੰਗ ਦੇ ਖਿਲਾਫ ਈਡੀ ਲੜਦੀ ਨਜ਼ਰ ਆਉਂਦੀ ਆ। ਬਟ ਯਾਦ ਰੱਖਣਾ ਪੀਐਮਐਲਏ ਦੇ ਵਿੱਚ ਤਾਂ ਅਥਾਰਟੀ ਹੈ ਈਡੀ ਕੋਲ ਫਾਈਟ ਕਰਨ ਦੀ। ਇਸ ਤੋਂ ਇਲਾਵਾ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਜੋ ਫੇਮਾ ਹੈ ਫੇਮਸਲੀ, ਐਂਡ ਦੈਨ ਫਿਊਜੀਟਿਵ ਇਕਨੋਮਿਕ ਅਫੈਂਡਰਸ ਐਕਟ, ਇਹ 2018 ਚ ਪਾਸ ਕੀਤਾ ਸੀਗਾ। ਸਕੀ ਇਹਦੇ ਚ ਜਿਹੜੇ ਇੱਥੋਂ ਕੁਝ ਇਕਨੋਮਿਕ ਅਫੈਂਸ ਕਰਕੇ ਭਗੌੜੇ ਹੋ ਜਾਂਦੇ ਨੇ, ਇੱਥੋਂ ਕੋਈ ਫਰਾਡ ਕਰਕੇ, ਨੀਰਵ ਮੋਦੀ, ਮੇਹੁਲ ਚੌਕਸੀ, ਮਾਲਿਆ, ਵਿਜੇ ਮਾਲਿਆ, ਐਦਾਂ ਦੇ ਲੋਕ ਜੋ ਕਿ ਇੱਥੋਂ ਫਿਊਜੀਟਿਵ ਹੋ ਜਾਂਦੇ ਨੇ, ਹੁਣ ਉਹਨਾਂ ਕੇਸਿਸ ਦੇ ਵਿੱਚ ਵੀ ਜਾਂਚ ਈਡੀ ਕਰ ਸਕਦਾ। ਬੇਸਿਕਲੀ ਇਹ ਹੈ ਕਿ ਉਹਨਾਂ ਦੇ ਇੰਡੀਅਨ ਅਸੈਟ ਨੂੰ ਅਟੈਚ ਕਰਕੇ ਜੋ ਇਕਨੋਮਿਕ ਲਾਸ ਹੋਇਆ ਉਹਨੂੰ ਰਿਕਵਰ ਕੀਤਾ ਜਾਵੇ। ਤਾਂ ਪੀਐਮਐਲਏ ਤੋਂ ਇਲਾਵਾ ਵੀ ਐਕਟ ਨੇ ਜਿਹਦੇ 'ਚ ਈਡੀ ਆਪਰੇਟ ਕਰਦਾ। ਦੈਨ ਇਨਫੋਰਸਮੈਂਟ ਡਾਇਰੈਕਟੋਰੇਟ ਫੰਕਸ਼ਨਸ ਅੰਡਰ ਮਿਨਿਸਟਰੀ ਆਫ ਹੋਮ ਅਫੇਅਰ। ਕੀ ਹੋਮ ਮਿਨਿਸਟਰੀ ਦੇ ਅੰਡਰ ਆਉਂਦਾ ਯਾਰ, ਹੈ ਨਾ? ਓਕੇ, ਉਹਨਾਂ ਲਾਈਟਰ ਨੋਟ, ਜਿੱਥੇ ਵੀ ਕਿਤੇ ਏਜੰਸੀ ਕੋਈ ਧੱਕਾ ਕਰਦੀ ਦਿਸਦੀ ਹੈ, ਸਾਨੂੰ ਲੱਗਦਾ ਅਮਿਤ ਸ਼ਾਹ ਜੀ ਕਰਾ ਰਹੇ ਨੇ। ਠੀਕ ਹੈ ਯਾਰ, ਸਾਡੇ ਹੀ ਲੀਡਰ ਨੇ, ਅਸੀਂ ਮਜ਼ਾਕ ਨਹੀਂ ਕਰਾਂਗੇ, ਕੌਣ ਕਰੂਗਾ। ਬਟ ਯਾਦ ਰੱਖਣਾ ਇੱਥੇ ਹੈ ਨਾ, ਇਹ ਗੈਸ ਨਹੀਂ ਕਰ ਲੈਣਾ ਕਿ ਹਾਂ ਅਮਿਤ ਸ਼ਾਹ ਜੀ ਕਰਾਉਂਦੇ ਹੋਣਗੇ, ਨਹੀਂ। ਯਾਦ ਰੱਖਣਾ ਈਡੀ ਕਮਸ ਅੰਡਰ ਮਿਨਿਸਟਰੀ ਆਫ ਫਾਈਨੈਂਸ। ਸੋ ਮਿਨਿਸਟਰੀ ਆਫ ਫਾਈਨੈਂਸ ਹੈ, ਇਹਦੇ ਅੰਡਰ ਆਉਂਦਾ ਹੈ ਡਿਪਾਰਟਮੈਂਟ ਆਫ ਰੈਵਨਿਊ, ਔਰ ਉਹਦੇ ਅੰਡਰ ਪਲੇਸਡ ਹੈ ਈਡੀ। तो अल्टीमेटली जो ईडी सोचो और मिनिस्ट्री सोचो तो ਤੁਹਾਨੂੰ निर्मला सीतारमन मैम ਦਾ ਚਿਹਰਾ ਯਾਦ ਆਉਣਾ ਚਾਹੀਦਾ, ਅਮਿਤ ਸ਼ਾਹ ਦਾ ਨਹੀਂ ਆਉਣਾ ਚਾਹੀਦਾ। ਇਟ ਕਮਸ ਅੰਡਰ ਮਿਨਿਸਟਰੀ ਆਫ ਫਾਈਨਾਂਸ। और डिपार्टमेंट भी याद रखना, डिपार्टमेंट ऑफ रेवेन्यू हेठा होगा। सो सेकंड स्टेटमेंट इज इनकरेक्ट। देन डायरेक्टर ऑफ एनफोर्समेंट who heads the ED is an officer of rank of additional secretary to the government of India. So ਸਟੇਟਮੈਂਟ ਪਿਓਰਲੀ ਟੈਕਨੀਕਲ ਹੈ, ਯਾਦ ਰੱਖਣਾ। ਜਿਨ੍ਹਾਂ ਨੂੰ ਇਹ ਚਾਰਜ ਦਿੱਤਾ ਜਾਂਦਾ, ਜਿਵੇਂ ਈਡੀ ਦੇ ਵਿੱਚ ਆਈਪੀਐਸ ਤੋਂ ਲੈ ਕੇ ਆਈਆਰਐਸ ਰਿਕਰੂਟ ਕੀਤੇ ਜਾਂਦੇ ਨੇ। ਸੋ ਸੀਨੀਅਰ ਆਫੀਸ਼ੀਅਲ ਹੋਊਗਾ ਐਡੀਸ਼ਨਲ ਸੈਕਟਰੀ ਲੈਵਲ ਦਾ, ਜੋ ਈਡੀ ਨੂੰ ਡਾਇਰੈਕਟ ਕਰਨ ਦਾ ਕੰਮ ਕਰੂਗਾ। ਇੱਥੇ ਡਾਇਰੈਕਟਰ ਦੀ ਅਪਾਇੰਟਮੈਂਟ ਹੈ। ਐਨਆਈਏ ਦੇ ਵਿੱਚ ਡੀਜੀ, ਸੀਬੀਆਈ ਦੇ ਵਿੱਚ ਡਾਇਰੈਕਟਰ, ਈਡੀ ਦੇ ਵਿੱਚ ਵੀ ਡਾਇਰੈਕਟਰ ਦੀ ਪੋਜੀਸ਼ਨ ਹੈ। ਦੈਨ ED can conduct investigations and adjudicate cases only within the territory of India and does not have jurisdiction over offences committed outside India. Sir, money laundering ਦੇ ਵਿੱਚ ਇੱਕ ਰਾਉਂਡ ਟਿਪਿੰਗ ਦਾ ਕਨਸੈਪਟ ਹੁੰਦਾ, ਜਿੱਥੇ ਦੁਨੀਆ ਭਰ ਚ ਪੈਸਾ ਘੁਮਾ ਕੇ ਵਾਪਸ ਲੈ ਕੇ ਆਉਂਦੇ ਆ। ਇਸ ਤੋਂ ਹੀ ਫਿਰ ਆਪਾਂ ਯਾਦ ਰੱਖ ਲੈਣਾ ਕਿ ਈਡੀ ਦੀ ਪਾਵਰ ਸਿਰਫ ਵਿਦਿਨ ਦਾ ਟੈਰੀਟਰੀ ਆਫ ਇੰਡੀਆ ਨਹੀਂ ਹੈ, ਬਲਕਿ ਐਕਸਟਰਾ ਟੈਰੀਟੋਰੀਅਲ ਜੂਰਿਸਡਿਕਸ਼ਨ ਆਪਰੇਸ਼ਨ ਵੀ ਇਹਨਾਂ ਕੋਲੇ ਹੈਗੇ ਨੇ। ਸੋ fourth statement is incorrect. So how many statements are correct? Only 2 statements are correct. Coming to consider the following statements regarding the Central Bureau of Investigation CBI and find which of the options are correct. The very first, CBI was formed under Delhi Special Police Establishment Act 1946. Correct statement. CBI ਨੂੰ ਲੈ ਕੇ ਆਪ ਦਾ ਕੋਈ ਉਹਨਾਂ ਦਾ ਸੈਪਰੇਟ ਐਕਟ ਨਹੀਂ ਹੈ। ਸੰਥਾਨਮ ਕਮੇਟੀ ਦੀ ਰਿਪੋਰਟ ਦੇ ਆਧਾਰ ਤੇ ਇੱਕ ਪ੍ਰੀਮੀਅਰ ਇਨਵੈਸਟੀਗੇਟਿੰਗ ਏਜੰਸੀ ਆਪਾਂ ਕ੍ਰੀਏਟ ਕੀਤੀ। ਸੋ CBI ਆਪਾਂ ਉਹਨੂੰ ਨਾਮ ਦਿੱਤਾ 1 ਅਪ੍ਰੈਲ 1963 ਨੂੰ ਐਸਟੈਬਲਿਸ਼ ਹੋਇਆ, ਲੇਕਿਨ ਇਹ ਆਪਣੀ ਪਾਵਰ ਡਰਾ ਕਰਦੀ ਹੈ DSP ਐਕਟ, ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ ਤੋਂ। ਆਪ ਦਾ ਇਹਨਾਂ ਦਾ ਸੈਪਰੇਟ ਐਕਟ ਨਹੀਂ ਹੈ। ਦੈਨ the CBI requires prior consent of the concerned state government to investigate crimes within the state. Yes sir. Now ਇਹ ਬਹੁਤ contentious ਵੀ ਰਹਿੰਦਾਗਾ। CBI ਇੱਕ ਸੈਂਟਰਲ ਏਜੰਸੀ ਹੈ ਜੋ ਇਨਵੈਸਟੀਗੇਟ ਕਰਦੀ ਹੈ ਕਰਪਸ਼ਨ ਕੇਸਿਸ ਤੇ ਸਿਵੀਅਰ ਕ੍ਰਿਮੀਨਲ ਕੇਸਿਸ ਜਿਨ੍ਹਾਂ ਦੇ ਨੈਸ਼ਨਲ ਜਾਂ ਇੰਟਰਨੈਸ਼ਨਲ ਰੈਮੀਫਿਕੇਸ਼ਨ ਹੋਣ। ਬਟ ਇਹ ਕੰਮ ਵਾਸਤੇ ਤਾਂ ਸਟੇਟ ਦੇ ਵਿੱਚ ਪੁਲਿਸ ਬੈਠੀ ਆ, ਸੋ ਓਵਰਲੈਪਿੰਗ ਆ ਜੂਗੀ। ਸੋ ਯਾਦ ਰੱਖਣਾ ਸੈਕਸ਼ਨ 6 ਆਫ DSPE ਐਕਟ ਪ੍ਰੋਵਾਈਡ ਕਰਦਾ ਹੈ ਕੰਸੈਂਟ ਦਾ ਕਨਸੈਪਟ। ਸੋ ਸਟੇਟ ਅਗਰ ਜਨਰਲ ਕੰਸੈਂਟ ਦਿੰਦਾ ਹੈ ਤਾਂ CBI ਆਪਰੇਟ ਕਰੂਗੀ। ਜੇ ਸਟੇਟ ਜਨਰਲ ਕੰਸੈਂਟ ਵਿਡਰਾ ਕਰ ਲੈਂਦਾ ਹੈ, ਜ਼ਿਆਦਾਤਰ ਅਪੋਜੀਸ਼ਨ ਰੂਲਡ ਸਟੇਟ ਜਨਰਲ ਕੰਸੈਂਟ ਵਿਡਰਾ ਕਰ ਲੈਂਦੇ ਨੇ, ਪੰਜਾਬ ਨੇ ਕੀਤੀ ਹੋਈ ਹੈ, ਤਾਂ ਫਿਰ ਉੱਥੇ CBI ਆਪਰੇਟ ਨਹੀਂ ਕਰੂਗਾ। ਹਾਂ, ਇੱਥੇ ਇੱਕ ਹੋਰ ਗੇਮ ਆ ਜਾਂਦੀ ਹੈ ਕਿ ਫਿਰ ਸਟੇਟ ਸਪੈਸੀਫਿਕ ਕੰਸੈਂਟ ਦੇ ਸਕਦਾ ਹੈ। ਸਪੈਸੀਫਿਕ ਮਤਲਬ ਹਰ ਕੇਸ ਵਾਸਤੇ डिफरेंट कंसेंट मंगी जाऊगी, तो हर केस ते जो स्टेट है वो कंसेंट दवे या ना दवे वो स्टेट की मर्जी है। जे स्टेट ने स्पेसिफिक केस नु कंसेंट देती
ਤਾਂ ਉੱਥੇ ਸੀਬੀਆਈ ਆਪਰੇਟ ਕਰੂਗੀ, ਜੇ ਅਗਲੇ ਕੇਸ ਤੇ ਨਹੀਂ ਦਿੱਤੀ ਸੀਬੀਆਈ ਸਟੇਟ ਦੇ ਵਿੱਚ ਆਪਰੇਟ ਨਹੀਂ ਕਰੂਗੀ। ਸੋ ਕੰਸੈਂਟ ਦਾ ਕੇਸ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣਾ। ਦੈਨ CBI has the authority to investigate cases of corruption only against central government employees and not against state government employees. So statement is incorrect. ਨਾ ਸਿਰਫ ਸੈਂਟਰਲ ਗਵਰਨਮੈਂਟ EMPLOYE ਬਲਕਿ ਸਟੇਟ ਗਵਰਨਮੈਂਟ EMPLOYE ਦੇ ਖਿਲਾਫ ਵੀ ਕਰਪਸ਼ਨ ਦੀ ਜਾਂਚ ਕਰ ਸਕਦੇ ਨੇ CBI ਐਜ਼ ਅ ਏਜੰਸੀ। ਬਸ ਹਾਂ ਕੰਸੈਂਟ ਵਾਲੀ ਗੇਮ ਯਾਦ ਰੱਖਣਾ। ਤੇ ਇੱਕ ਰੀਸੈਂਟ ਸੁਪਰੀਮ ਕੋਰਟ ਜਜਮੈਂਟ ਵੀ ਆਈ ਸੀਗੀ, ਜੇ ਸੈਂਟਰਲ ਗਵਰਨਮੈਂਟ EMPLOYE ਕਿਸੇ ਸਟੇਟ ਦੇ ਵਿੱਚ ਤੈਨਾਤ ਨੇ, ਉੱਥੇ ਉਹਨਾਂ ਦੀ ਪੋਸਟਿੰਗ ਹੈ, ਤਾਂ ਸੈਂਟਰਲ ਗਵਰਨਮੈਂਟ EMPLOYE ਕਿਉਂਕਿ ਸੈਂਟਰ ਦੀ ਜੂਰਿਸਡਿਕਸ਼ਨ ਜਾਂ ਸੈਂਟਰ ਦੀ ਅਥਾਰਟੀ ਹੀਟਾਂ ਕੰਮ ਕਰ ਰਹੇ ਨੇ, ਤਾਂ ਉਹ ਸੈਂਟਰਲ ਗਵਰਨਮੈਂਟ EMPLOYE ਭਾਵੇਂ ਉਹ ਸਟੇਟ ਦੇ ਵਿੱਚ ਕਿਉਂ ਨਹੀਂ, CBI ਬਿਨਾਂ ਸਟੇਟ ਦੀ ਕੰਸੈਂਟ ਤੋਂ ਜਾਂਚ ਕਰ ਸਕਦੀ ਹੈ। ਹਾਂ ਸਟੇਟ ਗਵਰਨਮੈਂਟ ਦੇ ਖਿਲਾਫ ਜਾਂ ਸਟੇਟ ਗਵਰਨਮੈਂਟ EMPLOYE ਦੇ ਖਿਲਾਫ ਜਾਂਚ ਕਰਨੀ ਕਰਪਸ਼ਨ ਦੀ, ਤਾਂ ਫਿਰ ਕੰਸੈਂਟ ਲੈਣੀ ਪਊਗੀ। ਸੋ ਦਿਸ ਸਟੇਟਮੈਂਟ ਇਜ਼ ਇਨਕਰੈਕਟ। Then it comes to the Supreme Court and High Court can order a CBI investigation in a state even without the consent of the state government. Now, this is the judicial power. So ਆਪਾਂ ਜਨਰਲ ਕੰਸੈਂਟ ਦੀ ਗੱਲ ਕੀਤੀ, ਆਪਾਂ ਸਪੈਸੀਫਿਕ ਕੰਸੈਂਟ ਦੀ ਗੱਲ ਕੀਤੀ। ਹਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਕੋਲ ਇਹ ਪਾਵਰ ਹੈ ਕਿ ਉਹ ਕਿਸੇ ਸਟੇਟ ਦੇ ਵਿੱਚ ਜੇ ਕੰਸੈਂਟ ਨਹੀਂ ਹੈ ਤਾਂ ਵੀ ਸਪੈਸੀਫਿਕ ਕੇਸ ਦੇ ਵਿੱਚ CBI ਨੂੰ ਆਰਡਰ ਕਰ ਸਕਦੇ ਨੇ ਕਿ ਤੁਸੀਂ ਜਾ ਕੇ ਜਾਂਚ ਕਰੋ। ਆਪਾਂ ਨੂੰ ਉਦਾਂ ਵੀ ਪਤਾ ਹੈ ਕਿ ਕ੍ਰਾਈਮ ਦੀ ਜਾਂਚ ਵਾਸਤੇ CBI ਸੋ ਮੋਟੋ ਪਾਵਰ ਨਹੀਂ ਰੱਖਦੀ ਹੈ, ਜਾਂ ਤਾਂ ਗਵਰਨਮੈਂਟ ਇਹਨੂੰ ਆਰਡਰ ਕਰੂਗੀ ਜਾਂ ਕੋਰਟਸ ਇਹਨੂੰ ਆਰਡਰ ਕਰਨਗੇ ਤਾਂ ਇਹ ਕ੍ਰਿਮੀਨਲ ਕੇਸਾਂ ਦੀ ਜਾਂਚ ਸ਼ੁਰੂ ਕਰਦੀ ਹੈ। ਸੋ ਹੇਅਰ ਇਟ ਕਮਸ that which of the statement is correct? So here 1, 2 and 4 is our answer. Last question, consider the following statement regarding the Central Vigilance Commission. The CVC was given statutory status by an act of Parliament 2003. Correct statement? हालांकि इस तो पहले अथॉरिटी एस्टैब्लिश हो चुकी सीगी, which is famously called as twin child of Santhanam. 1960s ਦੇ ਵਿੱਚ ਸ਼ੁਰੂਆਤ ਦੇ ਵਿੱਚ ਬਣਾਇਆ ਗਿਆ ਸੰਥਾਨਮ ਕਮਿਸ਼ਨ ਕਿ suggest us the measure how to fight against corruption. ਉਹਨਾਂ ਨੇ ਕਿਹਾ ਦੋ ਏਜੰਸੀ ਕ੍ਰੀਏਟ ਕਰੋ, ਇੱਕ ਪ੍ਰੀਮੀਅਰ ਵਿਜੀਲੈਂਸ ਏਜੰਸੀ ਜੋ ਦੇਸ਼ ਦੇ ਵਿੱਚ ਵਾਚ ਰੱਖੇ ਕਿੱਥੇ ਕਰਪਸ਼ਨ ਹੋ ਰਿਹਾ ਹੈ, ਦੂਜੀ ਇਨਵੈਸਟੀਗੇਟਿੰਗ ਏਜੰਸੀ ਜੋ ਉਹਨਾਂ ਕਰਪਸ਼ਨ ਦੇ ਕੇਸਿਸ ਨੂੰ ਇਨਵੈਸਟੀਗੇਟ ਕਰ ਸਕੇ। ਤਾਂ ਆਪਾਂ ਐਸਟੈਬਲਿਸ਼ ਕੀਤੀ 1963 ਦੇ ਵਿੱਚ CVC ਸੈਂਟਰਲ ਵਿਜੀਲੈਂਸ ਕਮਿਸ਼ਨ ਤੇ ਨਾਲ ਹੀ CBI। ਬਟ 2003 ਦੇ ਵਿੱਚ ਆ ਕੇ CVC ਨੂੰ ਲੈ ਕੇ ਇੱਕ ਸੈਪਰੇਟ ਐਕਟ ਪਾਸ ਕਰ ਦਿੱਤਾ ਗਿਆ, ਹੈਂਸ ਇਟ ਇਜ਼ ਅ ਸਟੈਟਿਊਟਰੀ ਬੋਡੀ। Then the chairperson and members of CVC are appointed by the president, correct, on the recommendation of a committee consisting of the Prime Minister, Minister of Home Affairs and leader of opposition in Lok Sabha. So कि 3 member panel है, PM, Home Minister te LOP in Lok Sabha, and answer is correct. Then CVC has the power to inquire or investigate corruption cases against all public servants, including members of the judiciary. So याद रखना judiciary ਨੂੰ ਤਾਂ ਆਪਾਂ ਲੋਕਪਾਲ ਦੀ ਵੀ jurisdiction 'ਚ ਨਹੀਂ ਲੈ ਕੇ ਆਏ। ਤਾਂ CVC ਕੋਲ ਜਿੰਨੇ ਵੀ ਸੈਂਟਰਲ ਗਵਰਨਮੈਂਟ EMPLOYEES ਨੇ ਫਰੋਮ ਗਰੁੱਪ A ਟੂ ਗਰੁੱਪ D, ਉਹਨਾਂ ਦੇ ਖਿਲਾਫ ਕਰਪਸ਼ਨ ਕੇਸਿਸ ਦੀ ਜਾਂਚ ਕਰ ਸਕਦੇ ਨੇ, ਬਟ ਜੁਡੀਸ਼ਰੀ ਦੇ ਖਿਲਾਫ ਨਹੀਂ ਕਰਨਗੇ। ਸੋ ਜੁਡੀਸ਼ਰੀ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਹੈ। Then CVC exercises superintendence over the functioning of DSP, that is CBI basically, in cases related to Prevention of Corruption Act 1988. Answer that this is a correct statement, and how it is correct? So CVC ਸਿਰਫ ਇੱਕ ਵਿਜੀਲੈਂਸ ਏਜੰਸੀ ਹੈ, ਇਹ ਵਾਚ ਰੱਖਦੀ ਹੈ ਕਿੱਥੇ ਕਰਪਸ਼ਨ ਹੋ ਰਿਹਾ ਤੇ ਉੱਥੇ ਇਨਕੁਆਇਰੀ ਕੰਡਕਟ ਕਰ ਸਕਦੀ ਹੈ ਕਿ ਵਾਕਈ ਕਰਪਸ਼ਨ ਹੋਇਆ ਨਹੀਂ ਹੋਇਆ। ਬਸ ਇਸ ਤੋਂ ਅੱਗੇ ਇਨਵੈਸਟੀਗੇਸ਼ਨ ਪ੍ਰੋਪਰ ਜਾਂਚ ਵਾਸਤੇ ਕੇਸ ਹੈਂਡਓਵਰ ਕਰਦੀ ਹੈ ਟੂ CBI, ਤੇ ਫਿਰ CBI ਇਨਵੈਸਟੀਗੇਟ ਕਰੂਗੀ, ਸਪੈਸ਼ਲ CBI ਕੋਰਟ ਦੇ ਵਿੱਚ ਉਹਨੂੰ ਪ੍ਰੋਸੀਕਿਊਟ ਕੀਤਾ ਜਾਊਗਾ। ਬਟ ਹਾਂ CVC ਜੋ ਵੀ ਕੇਸ ਹੈਂਡਓਵਰ ਕਰੂਗੀ ਟੂ CBI, ਉਹਦੇ ਵਿੱਚ CBI ਤੇ ਸੁਪਰਿੰਟੈਂਡੈਂਸ ਵੀ ਰੱਖੂਗੀ ਕਿ ਜਾਂਚ ਕਿੱਥੇ ਤੱਕ ਪਹੁੰਚੀ ਹੈ, ਤੁਸੀਂ ਕਿੱਦਾਂ ਜਾਂਚ ਕਰ ਰਹੇ ਹੋ, CBI ਨੂੰ ਰਿਪੋਰਟ ਕਰਨਾ ਪੈਣਾ CVC ਨੂੰ। ਸੋ ਸਟੇਟਮੈਂਟ ਇਜ਼ ਕਰੈਕਟ here. So finally, how many statements are incorrect? So only one statement was incorrect. So here we are concluding our practice question series on polity, ਜਿਹਦੇ ਵਿੱਚ A to Z ਆਪਾਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਹੀ ਇੰਪੋਰਟੈਂਟ ਟੌਪਿਕਸ ਦੇ ਸਾਰੇ ਹੀ ਇੰਪੋਰਟੈਂਟ ਟ੍ਰੈਡੀਸ਼ਨਲ ਪ੍ਰੋਬੇਬਲ ਕੁਐਸਚਨ ਆਪਾਂ ਡਿਸਕਸ ਕਰ ਸਕੀਏ। Here further
next subjects practice question series will be going on polity ਆਪਾਂ ਇੱਥੇ conclude ਕਰ ਰਹੇ ਹਾਂ ਸੋ ਪਲੀਜ਼ ਇਹਨੂੰ ਛੱਡ ਕੇ ਅੱਗੇ ਨਹੀਂ ਵਧ ਜਾਣਾ ਕੋਸ਼ਿਸ਼ ਕਰੀਏ ਕਿ ਜਿੰਨੇ ਵੀ ਆਪਾਂ ਟੌਪਿਕ ਕੀਤੇ ਹਨ ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਤੁਸੀਂ ਰਿਵੀਜ਼ਨ ਦੇ ਸਕੋ ਹਜੇ ਸਾਡੇ ਕੋਲ ਟਾਈਮ ਹੈ ਸੋ ਹੁਣੇ ਤਾਜ਼ੇ ਆਪਾਂ ਕੁਐਸਚਨ ਕੰਕਲੂਡ ਕੀਤੇ ਹਨ ਇੱਕ ਕੁਇਕ ਰਿਵੀਜ਼ਨ ਵਿਲ ਰਾਦਰ ਮੋਰ ਕੰਸੋਲੀਡੇਟ your concept, your factual information about any subject, and so is true about the polity. That will be all. Thank you so much.